फकीरां दा, साडा नदियों विछड़िया नीरां दा, साडा हंजदी जूने आयां दा, साडा दिल जलिया दिलगीरां दा। मीडिया पंजाब टीवी चैनल देख रहे सारे ही दर्शकों को संतोष सिंह पन्नू वालों सत श्री अकाल। असीं लैके प्रोग्राम हाजिर हाँ कवि दरबार। कवि दरबार पिछले दिन इंद्रमल कुटिया सीचेवाल विखे होया ते कवि हमेशा ही लोगों की वेदना हुंदे हन। की कहंदे ने कवि, आओ सुनते हाँ उन्हां दे जबानी। जिथे रहमत हो जाए साधुआं संतां दी ते संगतां दूरों दूरों आउंदियां जी, दोने हथ जोड़ गल पल्ला पाके चरना ते सीस झुकाउंदियां जी। टुंडू वालिया संतां दी लग चरनी ते मूँह मंगियां मुरादां पाउंदियां जी। सीचेवाल दी निर्मल कुटिया चों, सीचेवाल दी निर्मल कुटिया चों बाणी दा चानण चमक रिया, बाणी दी हुंदी लो संगते, बाणी दी हुंदी लो संगते। सीचेवाल दी निर्मल कुटिया चों बाणी दा चानण चमक रिया, बाणी दी हुंदी लो संगते, बाणी दी हुंदी लो संगते। संत बाबा लाल सिंह ने सीचेवाल दी सोहनी धरती नूं, सीचेवाल दी सोहनी धरती नूं संत बाबा लाल सिंह ने भागे आण के लाया सी। सीचेवाल दी सोहनी धरती नूं संत बाबा लाल सिंह ने भागे आण के लाया सी। संतां ने सच्चा नाम सी जपिया, संगतां नू नाम जपाया जी। संतां ने सच्चा नाम सी जपिया, संगतां नू नाम जपाया जी। संगतां ने सच्चा नाम भी जप के, संगतां ने सच्चा नाम भी जप के लिया हिरदे विच पुरो संगते। सीचेवाल दी निर्मल कुटिया चों बाणी दा चानण चमक रिया, बाणी दी हुंदी लो संगते, बाणी दी हुंदी लो संगते। सीचेवाल दी धरती बंजर नूं जी, सीचेवाल दी बंजर धरती नूं संत बाबा लाल सिंह ने पानी नाम दा पाया सी। सीचेवाल दी बंजर धरती नूं संत बाबा लाल सिंह ने पानी नाम दा पाया सी। धरती होई हुरियावली जी, धरती हुई हुरियावली, रईयां संगतां सी वेख खुलो संगते।
ਸੀਚੇਵਾਲ ਦੀ ਨਿਰਮਲ ਕੁਟੀਆ ਚੋਂ ਬਾਣੀ ਦਾ ਚਾਨਣ ਚਮਕ ਰਿਹਾ, ਬਾਣੀ ਦੀ ਹੁੰਦੀ ਲੋ ਸੰਗਤੇ, ਬਾਣੀ ਦਾ ਚਾਨਣ ਚਮਕ ਰਿਹਾ, ਬਾਣੀ ਦੀ ਹੁੰਦੀ ਲੋ ਸੰਗਤੇ। ਸੰਤਾਂ ਨੇ ਸੱਚਾ ਨਾਮ ਸੀ ਜਪਿਆ, ਸੰਤਾਂ ਨੇ ਸੱਚਾ ਨਾਮ ਸੀ ਜਪਿਆ, ਸੰਤਾਂ ਦੀ ਮਹਿਮਾ ਜਗ ਤੋਂ ਨਿਆਰੀ, ਸਵਰਗਪੁਰੀ ਇੱਕ ਸ਼ਹਿਰ ਸੀ ਵਸਿਆ, ਸਵਰਗਪੁਰੀ ਇੱਕ ਸ਼ਹਿਰ ਸੀ ਵਸਿਆ। ਇਸ ਸ਼ਹਿਰ ਨਾਲ ਪਿਆਰ ਸੀ ਗੂੜਾ, ਇਸ ਸ਼ਹਿਰ ਨਾਲ ਪਿਆਰ ਸੀ ਗੂੜਾ, ਤਾਈਓ ਇਹਦੇ ਨਾਲ ਮੋਹ ਸੰਗਤੇ। ਸੀਚੇਵਾਲ ਦੀ ਨਿਰਮਲ ਕੁਟੀਆ ਚੋਂ ਬਾਣੀ ਦਾ ਚਾਨਣ ਚਮਕ ਰਿਹਾ, ਬਾਣੀ ਦੀ ਹੁੰਦੀ ਲੋ ਸੰਗਤੇ, ਬਾਣੀ ਦਾ ਚਾਨਣ ਚਮਕ ਰਿਹਾ, ਬਾਣੀ ਦੀ ਹੁੰਦੀ ਲੋ ਸੰਗਤੇ। ਸੀਚੇਵਾਲ ਦੀ ਬੰਜਰ ਧਰਤੀ ਨੂੰ ਸੰਤ ਬਾਬਾ ਏ ਲਾਲ ਸਿੰਘ ਨੇ ਪਾਣੀ ਨਾਮ ਦਾ ਪਾਇਆ ਸੀ, ਧਰਤੀ ਹੋਈ ਹਰਿਆਵਲੀ, ਧਰਤੀ ਹੋਈ ਹਰਿਆਵਲੀ, ਸੰਗਤਾਂ ਰਹੀਆਂ ਸੀ ਵੇਖ ਖਲੋ ਸੰਗਤੇ। ਸੀਚੇਵਾਲ ਦੀ ਨਿਰਮਲ ਕੁਟੀਆ ਚੋਂ ਪਾਣੀ ਦਾ ਚਾਨਣ, ਬਾਣੀ ਦਾ ਚਾਨਣ ਚਮਕ ਰਿਹਾ, ਬਾਣੀ ਦੀ ਹੁੰਦੀ ਲੋ ਸੰਗਤੇ। ਸੰਤਾਂ ਨੇ ਸੱਚਾ ਨਾਮ ਸੀ ਜਪਿਆ, ਸੰਤਾਂ ਦੀ ਮਹਿਮਾ ਜਗ ਤੋਂ ਨਿਆਰੀ, ਸਵਰਗਪੁਰੀ ਇੱਕ ਸ਼ਹਿਰ ਸੀ ਵਸਿਆ। ਇਸ ਸ਼ਹਿਰ ਨਾਲ ਪਿਆਰ ਸੀ ਗੂੜਾ, ਤਾਈਓ ਇਹਦੇ ਨਾਲ ਮੋਹ ਸੰਗਤੇ। ਸੀਚੇਵਾਲ ਦੀ ਨਿਰਮਲ ਕੁਟੀਆ ਚੋਂ ਬਾਣੀ ਦਾ ਚਾਨਣ ਚਮਕ ਰਿਹਾ, ਬਾਣੀ ਦੀ ਹੁੰਦੀ ਲੋ ਸੰਗਤੇ। ਆਪ ਲਿਖਾਉਂਦੇ ਆਪ ਬੁਲਾਉਂਦੇ, ਆਪ ਬੁਲਾਉਂਦੇ ਆਪ ਲਿਖਾਉਂਦੇ, ਟੰਡੋ ਵਾਲੀ ਆਪ ਲਿਖਾਉਂਦੇ ਆਪ ਬੁਲਾਉਂਦੇ, ਆਪੇ ਆਪਣਾ ਨਾਮ ਜਪਾਉਂਦੇ, ਆਪੇ ਆਪਣਾ ਨਾਮ ਜਪਾਉਂਦੇ। ਟੰਡੋ ਵਾਲੀਆ ਤੈਨੂੰ ਫਿਕਰੀਏ ਕਾਦਾ, ਟੰਡੋ ਵਾਲੀਆ ਤੈਨੂੰ ਫਿਕਰੀਏ ਕਾਦਾ, ਉਹ ਆਪੇ ਜਾਣਾ ਉਹ ਸੰਗਤੇ। ਸੀਚੇਵਾਲ ਦੀ ਨਿਰਮਲ ਕੁਟੀਆ ਚੋਂ ਬਾਣੀ ਦਾ ਚਾਨਣ ਚਮਕ ਰਿਹਾ, ਬਾਣੀ ਦੀ ਹੁੰਦੀ ਲੋ ਸੰਗਤੇ, ਬਾਣੀ ਦੀ ਹੁੰਦੀ ਲੋ ਸੰਗਤੇ। ਲੋ ਗੁਰੂ ਪਿਆਰੀ ਸਾਧ ਸੰਗਤ ਜੀ, ਬੜੀਆਂ ਭੁੱਲਾਂ ਹੋ ਜਾਂਦੀਆਂ ਹਨ, ਸੰਗਤ ਬਖਸ਼ਣ ਯੋਗ ਹੈ। ਇੱਥੇ ਹੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਰਾਮ ਸਿੰਘ ਜੀ ਅੰਸਾਬ, ਸੰਤ ਸਿੰਘ ਜੀ ਸੰਧੂ, ਉਹ ਵੀ ਪਹੁੰਚੇ ਨੇ ਅਸੀਂ ਕਵੀ ਦਰਬਾਰ ਵਿੱਚ, ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਮੈਂ ਬਾਬਾ ਜੀ ਨੂੰ ਬੇਨਤੀ ਕਰਦਾ ਕਿ ਉਹ ਕਵੀ ਵੀਰਾਂ ਨੂੰ ਜੀ ਆਇਆਂ ਕਹਿਣ। ਪਰਮ ਸਤਿਕਾਰਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਦੇ ਵਿੱਚ ਗੁਰੂ ਦਰਸ਼ਨਾਂ ਦਾ ਆਨੰਦ ਪ੍ਰਾਪਤ ਕਰ ਰਹੀ ਗੁਰੂ ਪਿਆਰੀ ਸਾਧ ਸੰਗਤ ਰਚਨਾ ਪਵਿੱਤਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਧੰਨ ਧੰਨ ਬਾਬਾ ਲਾਲ ਸਿੰਘ ਤੇ ਇਹਨਾਂ ਦੀ ਪਵਿੱਤਰ ਯਾਦ ਦੇ ਵਿੱਚ ਸਾਲਾਨਾ 37ਵੀਂ ਬਰਸੀ ਨੂੰ ਮੁੱਖ ਰੱਖਦਿਆਂ ਅੱਜ ਕਵੀ ਦਰਬਾਰ ਵਿੱਚ ਆਏ ਹੋਏ ਸਾਰੇ ਕਵੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਰਿਆਂ ਨੂੰ ਜੀ ਆਇਆਂ ਨੂੰ। ਸੋ ਕਵੀ
ਦੇਸ਼ ਦਾ ਸਰਮਾਇਆ ਹੁੰਦੇ ਆ, ਕੌਮ ਦਾ ਸਰਮਾਇਆ ਹੁੰਦੇ ਆ। ਤੇ ਕਵੀਆਂ ਦੀ ਉਹ ਕਵਿਤਾ ਜਿਹੜੀ ਧੁਰ ਅੰਦਰੋਂ ਉੱਠਦੀ ਹੈ ਉਹ ਇਤਿਹਾਸ ਬਣਦੀ ਹੈ। ਆਪਾਂ ਦੇਖਦੇ ਹਾਂ ਕਿ ਪੁਰਾਤਨ ਕਿੱਸੇ, ਪੁਰਾਤਨ ਗ੍ਰੰਥ, ਕਾਵ ਰਚਨਾ, ਇੱਥੋਂ ਤੱਕ ਵੇਦ ਸ਼ਾਸਤਰ ਜਿਹੜੇ ਆ ਉਹ ਵੀ ਕਵਿਤਾ ਦੇ ਰੂਪ ਦੇ ਵਿੱਚ ਗੁਰਬਾਣੀ ਨੂੰ ਵੀ ਗਾਇਆ ਗਿਆ। ਇਹ ਸਾਰਾ ਇਤਿਹਾਸ ਹੈ। ਤੇ ਕਵਿਤਾ ਜਿਹੜੀ ਧੁਰ ਅੰਦਰੋਂ ਉੱਠਦੀ ਹੈ, ਚਾਹੇ ਉਹ ਅਧਿਆਤਮਕ ਕਵਿਤਾ ਹੋਵੇ, ਚਾਹੇ ਉਹ ਸਮਾਜ ਸੁਧਾਰਕ ਕਵਿਤਾ ਹੋਵੇ, ਜਾਂ ਸਮਾਜਿਕ ਕੁਰੀਤੀਆਂ, ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਵਾਸਤੇ, ਸਮਾਜ ਨੂੰ ਸੇਧ ਦੇਣ ਵਾਸਤੇ ਕਵਿਤਾ ਹੋਵੇ, ਉਹ ਕਵਿਤਾ ਅਮਰ ਹੋ ਜਾਂਦੀ ਹੈ। ਇਤਿਹਾਸ ਵਿੱਚ ਉਹਨਾਂ ਕਵੀ ਵੀਰਾਂ ਦਾ ਨਾਂ ਆ ਜਾਂਦਾ ਕਿ ਫਲਾਣੇ ਸਮੇਂ ਜਿਸ ਵੇਲੇ ਇਹੋ ਜਿਹੇ ਹਾਲਾਤ ਸੀ, ਉਸ ਵੇਲੇ ਫਲਾਣੇ ਕਵੀ ਨੇ ਇਹ ਆਵਾਜ਼ ਉਠਾਈ ਸੀ। ਜਿਸ ਤਰ੍ਹਾਂ 1947 ਦੀ ਵੰਡ ਨੂੰ ਅੰਮ੍ਰਿਤਾ ਪ੍ਰੀਤਮ ਦੀ ਉਹ ਕਵਿਤਾ ਅੱਜ ਆਖਾਂ ਵਾਰਿਸਾਂ ਨੂੰ। ਤੋ ਅੱਜ ਬਹੁਤ ਵੱਡੀ ਲੋੜ ਆ ਕਿ ਜਿਸ ਦਿਨ ਪਵਿੱਤਰ ਵੇਈ ਦੀ ਸੇਵਾ ਦਾ ਕਾਰਜ ਆਰੰਭ ਹੋਇਆ, ਉਸ ਵੇਲੇ ਵੀ ਕਵੀ ਵੀਰ ਜਲੰਧਰ ਸੀ। ਦੂਸਰੇ ਦਿਨ ਜਿਸ ਦਿਨ ਸ਼ੁਰੂਆਤ ਹੋਈ, ਉਸ ਦਿਨ ਸੀਚੇਵਾਲ ਦੇ ਵਿੱਚ ਸੌਣਵਾਲ ਦੀ ਜਿਹੜੀ ਮੱਸਿਆ ਸੀ ਸੌਣ ਦੀ, ਉਸ ਦਿਨ ਸਾਰੇ ਕਵੀ ਵੀਰ ਇਕੱਠੇ ਹੋਏ ਤੇ ਉਹ ਇਤਿਹਾਸਿਕ ਜਿਹੜੀ ਕਾਰ ਸੇਵਾ ਜਿਹਨੂੰ ਭਾਰਤ ਦੇ ਰਾਸ਼ਟਰਪਤੀ ਨੇ ਆਣ ਕੇ ਸਨਮਾਨਿਆ, ਦੁਨੀਆ ਦੇ ਵਿੱਚ ਪੰਜਾਬ ਦੀ ਧਰਤੀ ਤੇ ਉਹ ਉੱਠੀ ਹੋਈ ਲਹਿਰ ਜਿਸ ਦੀ ਵਿਸ਼ਵ ਵਿਆਪੀ ਜਿਹੜੀ ਚਰਚਾ ਚੱਲ ਰਹੀ ਹੈ। ਸੋ ਇਹ ਜੋ ਕੁਛ ਹਾਲਾਤ ਧਰਤੀ ਦੇ ਆ, ਵਾਤਾਵਰਣ ਦਾ ਪ੍ਰਦੂਸ਼ਣ, ਭਰੂਣ ਹੱਤਿਆ, ਸਮਾਜਿਕ ਕੁਰੀਤੀਆਂ, ਸਮਾਜਿਕ ਬੁਰਾਈਆਂ, ਭ੍ਰਿਸ਼ਟਾਚਾਰ, ਇਹ ਅੱਜ ਸਮਾਜ ਨੂੰ ਖੋਖਲਾ ਕਰ ਰਿਹਾ। ਤੇ ਇਸ ਪ੍ਰਤੀ ਜੋ ਕਵਿਤਾ ਉਚਾਰੀਆਂ ਜਾਂਦੀਆਂ, ਐਨਾਲਿਸਿਸ ਤਾਂ ਆਉਣ ਵਾਲੇ ਸਮਿਆਂ 'ਚ ਹੀ ਹੁੰਦਾ ਕਿ ਕਿਸ ਕਵੀ ਨੇ ਕਿਸ ਮੌਕੇ ਦੇ ਉੱਤੇ ਉਹ ਆਵਾਜ਼ ਉਠਾਈ। ਕਿਉਂਕਿ ਜਿਹੜੀ ਕਲਮ ਦੇ ਨਾਲ ਜੋ ਲਿਖਿਆ ਜਾਂਦਾ ਜਾਂ ਜਿਹੜੀ ਕਵਿਤਾ ਰਾਹੀਂ ਜੋ ਬੋਲਿਆ ਜਾਂਦਾ, ਇਹ ਇਤਿਹਾਸ ਹੋ ਨਿਬੜਦਾ। ਸੋ ਅਸੀਂ ਕਵੀ ਵੀਰਾਂ ਨੂੰ ਵੀ ਬੇਨਤੀ ਕਰਾਂਗੇ ਕਿ ਅੱਜ ਮਹਾਂਪੁਰਸ਼ਾਂ ਦਾ ਪਵਿੱਤਰ ਦਿਹਾੜਾ, ਉਹਨਾਂ ਦੀ ਪਵਿੱਤਰ ਯਾਦ ਆਪਾਂ ਮਨਾ ਰਹੇ ਹਾਂ, 37ਵੀਂ ਬਰਸੀ। ਤੇ ਜਿਹੜੀ ਅੱਜ ਦਾ ਵਿਸ਼ਾ, ਉਸ ਦੇ ਉੱਤੇ ਹੀ ਕਵਿਤਾ ਕੇਂਦਰਿਤ ਹੋਵੇ, ਸਮਾਜ ਦੀਆਂ, ਚਾਹੇ এনवायरमेंट ਦੇ ਉੱਤੇ ਜੋ ਅੱਜ ਸਮਾਜ ਨੂੰ ਲੋੜ ਆ। ਜੋ ਮਹਾਂਪੁਰਸ਼ ਆਉਂਦੇ ਆ, ਇਹ ਰੂਹਾਨੀਅਤ ਦਾ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਸੰਦੇਸ਼ ਦਿੰਦੀ ਹੈ, ਰੂਹਾਨੀਅਤ ਦਾ ਸੁਨੇਹਾ। ਤੇ ਉਹ ਕਵਿਤਾਵਾਂ, ਉਹ ਲਿਖੇ ਹੋਏ ਸ਼ਬਦ ਇਤਿਹਾਸ ਦਾ ਪੰਨਾ ਬਣਦੇ ਆ। ਜੋ ਰੂਹਾਨੀਅਤ ਦੇ ਉੱਤੇ ਲਿਖੀ ਹੋਈ ਕਵਿਤਾ, ਉਹ ਰਹਿੰਦੀ ਦੁਨੀਆ ਦੇ ਉੱਤੇ ਅਮਰ ਹੋ ਜਾਂਦੀ ਹੈ। ਜੋ ਕਵੀ ਕਵਿਤਾ ਲਿਖਦਾ, ਉਹਦੀ ਅੰਦਰ ਦੀ ਆਵਾਜ਼ ਹੁੰਦੀ ਹੈ। ਤੇ ਜਿਹੜੀ ਕਵਿਤਾ ਸਾਨੂੰ ਅਸੀਂ ਪਰਮੇਸ਼ਰ ਦੀ ਯਾਦ ਦੇ ਵਿੱਚ ਲਿਖਦੇ ਹਾਂ, ਗੁਰੂ ਦੀ ਯਾਦ ਦੇ ਵਿੱਚ ਸ਼ਬਦ ਲਿਖਦੇ ਹਾਂ ਜਾਂ ਉਚਾਰਨ ਕਰਦੇ ਹਾਂ, ਉਹ ਧੁਰ ਅੰਦਰੋਂ ਗੁਰੂ ਦੀ ਯਾਦ ਹਿਰਦੇ ਵਿੱਚ ਵਸਦੀ ਆ, ਤੇ ਤਾਂ ਹੀ ਉਹ ਸ਼ਬਦ ਉੱਠਦੇ ਆ, ਤਾਂ ਹੀ ਉਹ ਕਵਿਤਾ ਲਿਖੀ ਜਾਂਦੀ ਹੈ। ਸੋ ਜਿਹੜੀ ਰੂਹਾਨੀਅਤ ਦੇ ਨਾਲ ਆਤਮਿਕ ਤੌਰ ਤੇ ਜੁੜਨ ਵਾਲੀ ਕਵਿਤਾ, ਜਦੋਂ ਕਵੀ ਲਿਖਦਾ ਉਦੋਂ ਵੀ ਗੁਰੂ ਦੀ ਯਾਦ ਆਉਂਦੀ ਹੈ। ਜਦੋਂ ਕਵੀ ਪੜ੍ਹਦਾ, ਉਹ ਆਪ ਵੀ ਗੁਰੂ ਚਰਨਾਂ ਨਾਲ ਜੁੜਦਾ। ਤੇ ਜਿਹੜੇ ਸਰੋਤੇ ਆ, ਜਿੱਥੋਂ ਤੱਕ ਆਵਾਜ਼ ਜਾਂਦੀ ਹੈ, ਜਿੱਥੋਂ ਤੱਕ ਪਾਠਕ ਹੁੰਦੇ ਆ,
ਉਹ ਕਵਿਤਾ ਉੱਥੋਂ ਤੱਕ ਰੂਹਾਨੀਅਤ ਦਾ ਸੁਨੇਹਾ ਬਣਦੀ ਹੈ। ਸੋ ਸਭ ਤੋਂ ਉੱਤਮ ਕਵਿਤਾ ਉਹੀ ਹੈ ਜਿਹੜੀ ਸਾਨੂੰ ਰੂਹਾਨੀਅਤ ਦੇ ਨਾਲ ਜੋੜਦੀ ਹੈ, ਜਿਹੜੀ ਸਾਨੂੰ ਪਰਮੇਸ਼ਰ ਦੇ ਨਾਲ ਜੋੜਦੀ ਹੈ, ਜਿਹੜੀ ਗੁਰੂ ਦੇ ਨਾਲ ਜੋੜਦੀ ਹੈ। ਤੇ ਸੰਸਾਰ ਦੇ ਵਿੱਚ, ਸੰਸਾਰ ਵਿਹਾਰ ਦੇ ਵਿੱਚ ਉਹ ਕਵਿਤਾ ਮਕਬੂਲ ਹੁੰਦੀ ਹੈ ਜਿਹੜੀ ਸਮਾਜਿਕ ਸਮੱਸਿਆ, ਸਮਾਜਿਕ ਸਰੋਕਾਰਾਂ ਨਾਲ ਜੁੜੀ ਹੋਵੇ, ਅਨਿਆਂ ਤੇ ਅਤਿਆਚਾਰ ਦੇ ਖਿਲਾਫ ਹੋਵੇ। ਉਹ ਧਰਤੀ ਤੇ ਡਿੱਗ ਚੁੱਕੇ ਲਤਾੜੇ ਵਰਗ ਨੂੰ ਉੱਚਾ ਚੱਕਣ ਵਾਸਤੇ ਉਹਨਾਂ ਨੂੰ ਹੌਸਲਾ ਦੇਣ ਵਾਲੀ ਹੋਵੇ। ਉਹ ਕਵਿਤਾ ਨੂੰ ਲੋਕ ਸੁਣਾਉਂਦੇ ਆ, ਲੋਕਾਂ ਦੇ ਹਿਰਦਿਆਂ ਨੂੰ ਟੁੰਬਦੀ ਆ। ਇਹੋ ਜਿਹੀ ਕਵਿਤਾ ਇਤਿਹਾਸ ਦਾ ਹਿੱਸਾ ਬਣ ਜਾਂਦੀ ਹੈ। ਸੋ ਇਸ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਪਿੰਡਾਂ ਦੇ ਵਿੱਚ ਤੇ ਸ਼ਹਿਰਾਂ ਦੇ ਵਿੱਚ ਵੀ ਇਹ ਕਵੀ ਦਰਬਾਰ ਅਲੋਪ ਜਿਹਾ ਹੋ ਗਿਆ ਸੀ। ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਹੈ। ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 52 ਕਵੀ ਉਹਨਾਂ ਦੇ ਦਰਬਾਰ ਦੇ ਵਿੱਚ ਕਵਿਤਾ ਉਚਾਰਨ ਕਰਦੇ ਸੀ। ਸੋ ਇਹ ਗੁਰੂ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਿਹੜੀ ਕਵਿਤਾ ਹੈ ਹੁੰਦੀ ਆ ਉਹ ਸਮੇਂ ਦੀ ਆਵਾਜ਼ ਹੁੰਦੀ ਹੈ। ਸੋ ਸਾਨੂੰ ਖੁਸ਼ੀ ਹੈ ਕਿ ਲਗਾਤਾਰ ਇਹ ਕਵੀ ਦਰਬਾਰ ਸੀਚੇਵਾਲ ਦੀ ਧਰਤੀ ਤੇ ਹੋ ਰਿਹਾ ਹੈ। ਤੇ ਅੱਜ ਸਾਡੇ ਕਵੀ ਵੀਰ ਇਸ ਕਵੀ ਦਰਬਾਰ ਵਿੱਚ ਸ਼ਾਮਲ ਹੋਏ ਆ। ਅਸੀਂ ਸਾਰੀਆਂ ਮਾਣਯੋਗ ਸਨਮਾਨਯੋਗ ਸ਼ਖਸੀਅਤਾਂ ਨੂੰ ਜੀ ਆਇਆਂ ਕਹਿੰਦੇ ਹਾਂ, ਹਿਰਦੇ ਚੋਂ ਧੰਨਵਾਦ ਕਰਦੇ ਹਾਂ ਤੇ ਆਸ ਕਰਦੇ ਹਾਂ ਕਿ ਜ਼ਰੂਰ ਅੱਜ ਇਹ ਕਵੀ ਦਰਬਾਰ ਰੂਹਾਨੀਅਤ ਦਾ ਸੁਨੇਹਾ ਦਊਗਾ। ਵਾਤਾਵਰਣ ਦਾ ਜੋ ਪੋਲਿਊਸ਼ਨ ਹੋ ਰਿਹਾ ਜਾਂ ਸਾਡੀਆਂ ਸਮਾਜ ਨੂੰ ਅੱਜ ਕੀ ਲੋੜ ਆ, ਸਾਡੇ ਸਮਾਜ ਨੂੰ ਕੀ ਕਰਨਾ ਚਾਹੀਦਾ, ਕਿਹੋ ਜਿਹੀ ਆਵਾਜ਼ ਸਮਾਜ 'ਚੋਂ ਉੱਠਣੀ ਚਾਹੀਦੀ ਹੈ, ਉਹਦੇ ਵਾਸਤੇ ਜ਼ਰੂਰ ਜਿਹੜਾ ਹੈ ਇਹ ਕਵਿਤਾਵਾਂ ਸੁਨੇਹਾ ਦੇਣਗੀਆਂ। ਤੇ ਅਸੀਂ ਬੇਨਤੀ ਕਰਾਂਗੇ ਸਾਰੇ ਕਵੀ ਵੀਰਾਂ ਨੂੰ ਕਿ ਜਿਹੜੀ ਕਵਿਤਾ ਹੈ ਉਹ ਮੌਕੇ ਦੀ ਹੋਵੇ, ਉਹ ਜ਼ਿਆਦਾ ਢੁਕਵੀਂ ਆ ਤੇ ਜ਼ਿਆਦਾ ਜਿਹੜੇ ਸਰੋਤੇ ਆ ਉਹ ਪਸੰਦ ਕਰਦੇ ਆ। ਸੋ ਮੌਕੇ ਦੀ ਕਵਿਤਾ ਹੀ ਕਵਿਤਾ ਹੁੰਦੀ ਹੈ। ਤੇ ਜਿਹੜੀ ਕਵਿਤਾ ਮੌਕੇ ਦੀ ਨਾ ਹੋਵੇ ਉਹ ਕਈ ਵਾਰ ਸਰੋਤਾ ਵੀ ਉਹ ਤੋਂ ਬੋਰ ਹੋ ਜਾਂਦਾ ਕਿ ਇਸ ਕਵਿਤਾ ਦਾ ਤਾਂ ਕੋਈ ਅੱਜ ਮਤਲਬ ਨਹੀਂ ਸੀ ਜਿਹੜਾ ਕਵੀ ਵੀਰ ਬੋਲ ਰਿਹਾ। ਸੋ ਕਵੀ ਵੀਰ ਸਾਡੇ ਨਾਲੋਂ ਜ਼ਿਆਦਾ ਸਿਆਣੇ ਆ, ਸੂਝਵਾਨ ਆ, ਵੱਖ-ਵੱਖ ਸਟੇਜਾਂ ਤੇ ਜਾਂਦੇ ਰਹਿੰਦੇ ਆ। ਤੇ ਸਾਡੀ ਤਾਂ ਬੇਨਤੀ ਹੈ ਕਿ ਸਮੇਂ ਨੂੰ ਮੁੱਖ ਰੱਖਦਿਆਂ ਕਵਿਤਾ ਜਿਹੜੀ ਹੈ ਉਹ ਮੌਕੇ ਦੇ ਜਿਹੜੀ ਹੈ ਉਹ ਲੈ ਕੇ ਆਉਣ ਤਾਂ ਕਿ ਜਿਹੜੇ ਭਰਪੂਰ ਦਰਸ਼ਕ ਆ ਤੁਹਾਡੀ ਕਵਿਤਾ ਦਾ ਆਨੰਦ ਮਾਣ ਸਕਣ, ਸੇਧ ਲੈ ਸਕਣ ਤੇ ਇਹ ਕਵੀ ਦਰਬਾਰ ਇਸੇ ਤਰ੍ਹਾਂ ਚੱਲਦੇ ਰਹਿਣ। ਸੋ ਸਾਰੀ ਗੁਰਸੰਗਤ ਦਾ ਧੰਨਵਾਦ, ਸਾਰੀ ਗੁਰਸੰਗਤ ਨੂੰ ਜੀ ਆਇਆਂ ਨੂੰ। ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਦੇ ਆ ਕਿ ਜੋ ਆਪ ਗੁਰਸੰਗਤਾਂ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਆਏ ਹੋ, ਤੁਹਾਡੀ ਸਭ ਦੀ ਹਾਜ਼ਰੀ, ਸਭ ਦਾ ਦਿਲੀ ਪਿਆਰ, ਸਰਦਾ ਸਤਿਕਾਰ ਸਤਿਗੁਰ ਆਪਣੇ ਦਰ ਤੇ ਪ੍ਰਵਾਨ ਕਰਨ, ਨਾਮ ਦੀ ਦਾਤ ਬਖਸ਼ਣ, ਚਰਨਾਂ ਦੇ ਨਾਲ ਜੋੜੀ ਰੱਖਣ। ਅਸੀਂ ਟੈਲੀਵਿਜ਼ਨ ਵਾਲੇ ਵੀਰਾਂ ਦਾ ਵੀ ਧੰਨਵਾਦ ਕਰਦੇ ਹਾਂ। ਸੋ ਅਸੀਂ ਸਾਰੀ ਗੁਰਸੰਗਤ ਦਾ ਤੇ ਗੁਰੂ ਮਹਾਰਾਜ ਦਾ ਹਿਰਦੇ ਚੋਂ ਧੰਨਵਾਦ ਕਰਦੇ ਹਾਂ। ਆਸ ਕਰਦੇ ਹਾਂ ਕਿ ਕਵੀ ਵੀਰ ਤੁਹਾਡੀ ਰੂਹ ਦੀ ਖੁਰਾਕ ਕਵਿਤਾ ਰਾਹੀਂ ਤੁਹਾਨੂੰ ਜਿਹੜਾ ਹੈ ਉਹ ਭੇਟ ਕਰਨਗੇ। ਸਾਰੀਆਂ ਕਵੀ ਵੀਰਾਂ ਨੂੰ ਜੀ ਆਇਆਂ, ਜੀ ਆਇਆਂ, ਜੀ ਆਇਆਂ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਅਤੀ ਸਤਿਕਾਰਯੋਗ ਸੰਤ ਬਲਵੀਰ ਸਿੰਘ ਜੀ, ਜਿਨ੍ਹਾਂ ਨੇ ਆਏ ਹੋਏ ਵਿਦਵਾਨ ਸੱਜਣਾ ਨੂੰ ਆਪਣੇ ਵਿਚਾਰਾਂ ਰਾਹੀਂ ਜੀ ਆਇਆਂ ਕਿਹਾ। ਸਾਡੇ ਵਿੱਚ ਪ੍ਰਸਿੱਧ ਵਿਦਵਾਨ ਜਗੀਰ ਸਿੰਘ ਜੀ ਨੂਰ, ਜਿਹੜੇ ਕਿ 2-3 ਦਿਨ ਤੋਂ ਹੀ ਸੰਤ ਅਵਤਾਰ ਸਿੰਘ ਯਾਦਗਾਰੀ ਕਾਲਜ ਦੇ ਵਿੱਚ ਬਤੌਰ ਪ੍ਰਿੰਸੀਪਲ ਡਿਊਟੀ ਤੇ ਹਾਜ਼ਰ ਹੋਏ ਆ, ਉਹ ਵੀ ਸਾਡੇ ਵਿੱਚ ਬੈਠੇ ਨੇ। ਸੋ ਕਵੀ ਦਰਬਾਰ ਜੋ ਅੱਜ ਸੰਤ ਬਾਬਾ ਲਾਲ ਸਿੰਘ ਜੀ ਦੀ 36ਵੀਂ ਸਾਲਾਨਾ ਵਰਸੀ ਤੇ ਹੋ ਰਿਹਾ, ਆਏ ਹੋਏ ਕਵੀਆਂ ਨੂੰ ਮੁਖਾਤਬ ਕਰਾਉਣ ਦੀ ਡਿਊਟੀ ਮੈਨੂੰ ਮਿਲੀ ਹੈ। ਸੋ ਮੈਂ
ਆਏ ਹੋਏ ਸਾਰੇ ਕਵੀ ਵੀਰਾਂ ਨੂੰ ਬੇਨਤੀ ਕਰਦਾ ਕਿ ਉਹ ਆਪਣੀ ਗੱਲ ਨੂੰ ਆਪਣੀ ਰਚਨਾ ਦੇ ਵਿੱਚ ਕਹਿਣ। ਹੁਣ ਮੈਂ ਬੇਨਤੀ ਕਰਾਂਗਾ ਸਤਿਕਾਰਯੋਗ ਬਜ਼ੁਰਗ ਸ਼ਾਇਰ ਜੋਗਿੰਦਰ ਸਿੰਘ ਜੀ ਤੂਫਾਨ, ਉਹ ਆਪਣੀ ਕਵਿਤਾ ਕਹਿਣ ਲਈ ਸਟੇਜ ਤੇ ਹਾਜ਼ਰ ਹੋਣ। ਉਹਨਾਂ ਤੋਂ ਬਾਅਦ ਤਾਰਾ ਸਿੰਘ ਜੀ ਸ਼ਾਹਕੋਟੀ, ਉਹ ਆਪਣੀ ਕਵਿਤਾ ਕਹਿਣਗੇ। ਜੋਗਿੰਦਰ ਸਿੰਘ ਜੀ ਤੂਫਾਨ ਆਪਣੀ ਰਚਨਾ ਆਪ ਜੀ ਦੇ ਨਾਲ ਸਾਂਝੀ ਕਰ ਰਹੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਲਮ ਦੀ ਲਿਆਕਤ ਸੀ ਤੇ ਬੋਲਣ ਦੀ ਤਾਕਤ ਸੀ। ਇਲਮ ਦੀ ਲਿਆਕਤ ਸੀ ਤੇ ਬੋਲਣ ਦੀ ਤਾਕਤ ਸੀ। ਉਹ ਕੰਮੋਂ ਵੀ ਫਰਾਕਤ ਸੀ ਤੇ ਪੂਰੇ ਸੀ ਅਮਾਨ ਦੇ। ਦਿਲ ਦੇ ਗੰਭੀਰ ਸੀ ਤੇ ਲੋਭ ਦੇ ਨਾ ਪੀਰ ਸੀ। ਸ਼ਾਂਤੀ ਸਰੀਰ ਸੀ ਪੂਰੇ ਸੀ ਜ਼ਬਾਨ ਦੇ। ਗੁਰੂ ਅਧਿਕਾਰੀ ਸੀ ਪੰਥ ਅਬਕਾਰੀ ਸੀ। ਨਿਰਨਾ ਹੰਕਾਰੀ ਗੁੰਡੇ ਨਹੀਂ ਗਮਾਨ ਦੇ। ਆਲਸ ਤਿਆਗ ਸੀ ਨਿਤਨੇਮ ਜਾਪ ਸੀ ਤੇ ਦੁਨੀਆ ਨੂੰ ਭਾਗ ਸੀ ਉਹਨਾਂ ਦੇ ਵਿਖਿਆਨ ਦਾ। ਧੰਨ ਧੰਨ ਮਹਾਂਪੁਰਸ਼ ਬਾਬਾ ਲਾਲ ਸਿੰਘ ਜੀ, ਜਿਨ੍ਹਾਂ ਦੀ ਬੜੀ ਹਰ ਸਾਲ ਦੀ ਤਰ੍ਹਾਂ ਧੂਮਧਾਮ ਨਾਲ ਬਰਸੀ ਮਨਾਉਂਦੇ ਆ। ਖਾਲਸਾ ਜੀ ਭਗਤ ਤੇ ਦਾਨੀ ਸੂਰਮੇ, ਉਹਨਾਂ ਦੀਆਂ ਵਾਰਾਂ ਲੱਗਦੀਆਂ। ਖਾਲਸਾ ਜੀ ਨੂੰ ਜਿਉਂਦਿਆਂ ਨਹੀਂ ਕੋਈ ਪੁੱਛਦਾ, ਉਹਦਾ ਮਗਰੋਂ ਨਾਂ ਕੌਣ ਲੈਂਦਾ। ਸੰਤ ਬਲਵੀਰ ਸਿੰਘ ਜੀ ਬਾਬਾ ਜੀ, ਬਾਬਾ ਸੁਖਜੀਤ ਸਿੰਘ ਜੀ 2.25 ਮਹੀਨੇ ਸਾਡੇ ਪਿੰਡ ਦੇ ਵਿੱਚ ਡੇਰਾ ਲਾ ਕੇ ਬੈਠੇ ਰਿਹਾ। ਬੰਨ ਉੱਚਾ ਕਰਾਇਆ ਸਾਰਾ, ਇੱਥੋਂ ਲੰਗਰ ਜਾਂਦਾ ਰਿਹਾ, ਗੱਡੀ ਜਾਂਦੀ ਰਹੀ, ਥਾਂ ਥਾਂ ਤੇ ਪ੍ਰਸ਼ਾਦਾ ਛਕਾ ਕੇ ਬੱਚਾ ਇਹਨਾਂ ਨੂੰ ਪੂਜਦਾ ਸਾਡੇ ਇਲਾਕੇ ਦਾ। ਅੱਗੇ ਰਾਤ ਨੂੰ ਸੌਂਦੇ ਨਹੀਂ ਸੀ। ਸਾਡਾ ਦਰਿਆ ਦੇ ਕੰਢੇ ਤੇ ਮੇਲਕੰਗ ਪਿੰਡ ਖਰਚਾ ਸੀ, ਉਹਨਾਂ ਦੇ ਨਾਂ ਲੈ ਜਾਂਦੇ ਜੋ ਕਿ ਸੰਤ ਮਹਾਂਪੁਰਸ਼ ਕਰਦੇ ਆ, ਤੇ ਵਾਰਾਂ ਵੀ ਉਹਨਾਂ ਦੀਆਂ ਲੱਗਦੀਆਂ। ਖਾਲਸਾ ਜੀ ਸ਼ਹਿਰੀ ਦਾ ਔਖਾ ਕਰਨਾ ਸਮੁੰਦਰ ਜੈਸੇ ਤਰਨਾ। ਮੈਂ ਦਗਨਾ ਤੋਂ ਡਰਨਾ ਨਾ ਆਦ ਵਿੱਚ ਆਏ ਗੁਰੂ। ਸੋਨਾ ਜੋ ਔਖਾ ਕਰਨਾ ਸਰਪ ਜੈਸੇ ਫੜਨਾ। ਖਜੂਰ ਉਤੇ ਚੜਨਾ ਇਹ ਸੌਖਾ ਨਾ ਗੁਰੂ। ਤੇ ਜੋਸ਼ਤ ਦਾ ਲਾਵਣਾ ਤੇ ਪੱਕੇ ਰਾਗ ਗਾਵਣਾ। ਕਵਿਤਾ ਦਾ ਬਣਾਵਣਾ ਦੇ ਰਤ ਕੋ ਸਿਖਾਏ ਗੁਰੂ। ਧਿਆਵੇ ਵੀਰ ਬਲ ਜੀ ਤੇ ਬਖਸ਼ ਦਿਓ ਬਲ ਜੀ। ਹੋ ਜੇ ਬੱਲੇ ਬਲ ਜੀ ਤੇ ਕਹਿ ਦਿਓ ਮੁਖੋਂ ਵਾਹਿਗੁਰੂ। ਖਾਲਸਾ ਜੀ ਸਭ ਤੋਂ ਪਹਿਲਾਂ ਗੁਰੂ ਮਾਂ ਦੇ ਚਰਨਾਂ 'ਚ ਸੀਸ ਚੁਆਈਏ, ਗੱਜ ਕੇ ਬੁਲਾਈਏ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਮੈਂ 2 ਕਵਿਤਾ ਸੁਣਾਉਣੀਆਂ। ਇੱਕ ਤਾਂ ਬਿਰਾਈ ਵਾਰ ਦੇ ਸੁਣਾਉਣੀਆਂ। ਸੰਤ ਮਹਾਂਪੁਰਸ਼ ਸ਼ਾਦੀਆਂ ਕਰਦੇ ਲੜਕੀ ਦੇ ਆ, ਬੜੇ ਸ਼ੌਕ ਦਾ ਸੱਚੇ ਪਾਤਸ਼ਾਹ ਦੀ ਮਿਹਰ ਆ, ਲੜਕੀਆਂ ਵਸਦੀਆਂ। ਉਹ ਜਿਹੜਾ ਅਸੀਂ ਰਿਸ਼ਤਾ ਕਰਾਉਂਦੇ ਆ ਸਾਲ ਜਦੀ, ਅੱਜ ਕੱਲ੍ਹ ਜਿਹੜਾ ਜ਼ਮਾਨਾ ਚੱਲ ਰਿਹਾ ਉਹਦੀ ਮੈਂ ਕਵਿਤਾ ਸੁਣਾਊਂਗਾ ਵੀ ਭਰੂਣ ਹੱਤਿਆ ਦਾ ਕਾਰਨ ਕੀ ਆ। ਤੇ ਸਭ ਤੋਂ ਪਹਿਲਾਂ ਹੁਣ ਤੁਸੀਂ ਪਵਿੱਤਰ ਵੇਈਂ ਦੀ ਕਵਿਤਾ ਸੁਣੋ ਮੇਰੇ ਕੋਲ ਇੱਕ, ਫਿਰ ਦੂਸਰੀ ਫਿਰ ਸੁਣਾਊਂਗਾ। ਪਵਿੱਤਰ ਵੇਈਂ ਵਿੱਚ ਗੁਰੂ ਨਾਨਕ ਨੇ 3 ਦਿਨ ਟੁੱਬਾ ਲਾਇਆ। ਪਵਿੱਤਰ ਵੇਈਂ ਵਿੱਚ ਗੁਰੂ ਨਾਨਕ ਨੇ 3 ਦਿਨ ਟੁੱਬਾ ਲਾਇਆ। ਪੂਜਣ ਯੋਗ ਵੇਈਂ ਨੂੰ ਵੇਖੋ ਲੋਕਾਂ ਪੂਰਨਾ ਚਾਹਿਆ। ਰੰਗੇ ਵਾਂਗੂ ਬਣ ਗਏ ਜ਼ਾਲਮ ਲੋਕ ਤੇ ਰਾੜ ਰਲ ਗਈ ਮੁਗਲਾਂ ਦੀ ਢਾਣੀ। ਤੇ ਗੋਬਰ ਵਰਗਾ ਕਾਲਾ ਕਰਤਾ ਲੋਕਾਂ ਨੇ ਵੇਈਂ ਦਾ ਕੁੰਗੂ ਵਰਗਾ ਪਾਣੀ। ਉਹਨੂੰ ਪੂਰਨ ਲੱਗ ਪਏ, ਵੱਢਣ ਲੱਗ ਪਏ, ਗੰਦ ਮੰਦ ਵਿੱਚ ਛੱਡਣ ਲੱਗ ਪਏ। ਕਿੱਡੀ ਉੰਝ ਗਈ ਤਾਣੀ ਤੇ ਗੋਬਰ ਵਰਗਾ ਕਾਲਾ ਕਰਤਾ ਲੋਕਾਂ ਨੇ ਵੇਈਂ ਦਾ ਕੁੰਗੂ ਵਰਗਾ ਪਾਣੀ। ਰੂੜੀ ਤੂੜੀ ਵਿੱਚੇ ਸੁੱਟਦੇ ਤੇ ਹੋਰ ਵੀ ਗੰਦ ਬਥੇਰਾ। ਤੇ ਵੇਈਂ ਨੂੰ ਪੂਰੀ ਜਾਂਦੇ ਘੇਰਿਆ 4 ਛਫੇਰਾ। ਉਹ ਸਿਆਣੇ ਬਿਆਣੇ ਕਮਲੇ ਬਣ ਗਏ, ਕਿਸੇ ਸੋਚੀ ਨਹੀਂ ਗੱਲ ਸਿਆਣੀ। ਤੇ ਗੋਬਰ ਵਰਗਾ ਕਾਲਾ ਕਰਤਾ ਲੋਕਾਂ ਨੇ ਵੇਈਂ ਦਾ ਕੁੰਗੂ ਵਰਗਾ ਪਾਣੀ। ਮੱਛੀਆਂ ਡੱਡੀਆਂ ਵਿੱਚ ਕਰਵਾਉਂਦੇ, ਮੱਛੀਆਂ ਡੱਡੀਆਂ ਵਿੱਚ ਕਰਲਾਉਂਦੇ। ਮੁਸ਼ਕ ਵੇਈਂ ਪੀ ਮਾਰੇ ਤੇ ਸੰਤਰੀ ਮੰਤਰੀ ਲੰਘਦੇ ਕੋਲ ਦੀ ਤੇ ਖੜਦਾ ਨਹੀਂ ਕੋਈ ਕਿਨਾਰੇ। ਤੇ ਵੇਈਂ ਦੀ ਕੋਈ ਸਾਰ ਨਹੀਂ ਲੈਂਦਾ, ਉਹ ਨਾ ਰਾਜਾ ਨਾ ਰਾਣੀ। ਤੇ ਗੋਬਰ ਵਰਗਾ ਕਾਲਾ ਕਰਤਾ ਲੋਕਾਂ ਨੇ ਵੇਈਂ ਦਾ ਕੁੰਗੂ ਵਰਗਾ ਪਾਣੀ। ਗੁਰੂ ਨਾਨਕ ਜੀ ਸੀਚੇ ਵਾਲੇ ਇੱਕ ਦਿਨ ਪਹੁੰਚੇ ਰਾਤ ਨੂੰ ਆ ਕੇ। ਉੱਠ ਸ਼ੇਰਾ ਤੈਨੂੰ ਸੇਵਾ ਬਖਸ਼ੀਏ, ਕਿਹਾ ਮੋਢੇ ਤੇ ਹੱਥ ਲਾ ਕੇ। ਇਹ ਸੇਵਾ ਤੇਰੇ ਲੇਖੇ ਲਾਤੀ ਤੇਥੋਂ ਹੈ ਕਰਵਾਣੀ। ਤੇ ਗੋਬਰ ਵਰਗਾ ਕਾਲਾ ਕਰਤਾ ਲੋਕਾਂ ਨੇ ਵੇਈਂ ਦਾ ਕੁੰਗੂ ਵਰਗਾ ਪਾਣੀ। ਖੀਸਾ ਮੇਰਾ ਸੇਵਾ ਤੇਰੀ, ਖੀਸਾ ਮੇਰਾ ਸੇਵਾ ਤੇਰੀ। ਤੂੰ ਕਰਨੀ ਚਿਤ ਲਾ ਕੇ ਤੇ ਮਾਇਆ ਤੇਰੇ ਪਿੱਛੇ ਫੜੂ, ਕਿਤੇ ਰੱਖਣੀ ਨਹੀਂ ਕਿਤੇ ਲੁਕਾ ਕੇ। ਇਹ ਗੱਲ ਕਹਿ ਕੇ ਤੁਰ ਗਏ ਨਾਨਕ ਨਹੀਂ ਸਾਡੀ ਗੱਲ ਭੁਲਾਣੀ। ਤੇ ਗੋਬਰ ਵਰਗਾ ਕਾਲਾ ਕਰਤਾ ਲੋਕਾਂ ਨੇ ਵੇਈਂ ਦਾ ਕੁੰਗੂ ਵਰਗਾ ਪਾਣੀ। ਸੰਤ ਉੱਠੇ ਤੇ ਸੋਚਣ ਲੱਗੇ ਕੌਣ ਰਾਤ ਨੂੰ ਆਇਆ ਤੇ ਸੇਵਾ ਮੈਨੂੰ ਵੇਈਂ ਦੀ ਬਖਸ਼ੀ ਤੇ ਮੇਰੇ ਹੱਥ ਮੋਢੇ ਤੇ ਲਾਇਆ। ਇਹ ਸੇਵਾ ਮੇਰੇ ਲੇਖੇ ਲਾਤੀ ਤੇ ਕਰਕੇ ਮੈਂ ਵਿਖਾਣੀ।
ਤੇ ਗੋਬਰ ਵਰਗਾ ਕਾਲਾ ਕਰਤਾ ਲੋਕਾਂ ਨੇ ਵੇਂਦਾ ਕੁੰਗੂ ਵਰਗਾ ਪਾਣੀ। ਸੰਗਤ ਕੁਛ ਇਕੱਠੀ ਕਰਕੇ ਸੰਤ ਪਹੁੰਚੇ ਵੇਈ ਤੇ ਆ ਕੇ ਤੇ ਸਭ ਤੇ ਮੂਹਰੇ ਛਾਲ ਮਾਰਦੀ ਸੰਤਾਂ ਅੱਗੇ ਜਾ ਕੇ। ਤੇ ਸੰਗਤ ਵੀ ਫਿਰ ਟੁੱਟ ਕੇ ਪੈ ਗਈ ਨਿਆਣੀ ਅਤੇ ਸਿਆਣੀ ਤੇ ਗੋਬਰ ਵਰਗਾ ਕਾਲਾ ਕਰਤਾ ਲੋਕਾਂ ਨੇ ਕੁੰਗੂ ਵਰਗਾ ਪਾਣੀ। ਬੂਟੀ ਕੱਢੀ ਫਿਰ ਬੂਟੇ ਲਾਏ, ਬੂਟੀ ਕੱਢੀ ਬੂਟੇ ਲਾਏ, ਫਿਰ ਕੰਡਾ ਕਲੀ ਕਰਾਇਆ ਤੇ ਹਿੰਦੁਸਤਾਨ ਦਾ ਰਾਸ਼ਟਰਪਤੀ ਐਸ ਵੇਈ ਤੇ ਆਇਆ। ਉਹਨੇ ਚਾਹ ਵੀ ਪੀਤੀ ਤੇ ਭੋਜਨ ਛਕਿਆ, ਨਾਲੇ ਪੀਤਾ ਪਾਣੀ। ਤੇ ਜੋਗਿੰਦਰ ਸਿੰਘ ਸੰਗਤਾਂ ਦੇ ਸਹਿਯੋਗ ਨਾਲ ਬਲਵੀਰ ਸਿੰਘ ਨੇ ਕਰਤਾ ਵੇਖ ਲਓ ਚਿੱਟਾ ਦੁੱਧ ਵਰਗਾ ਪਾਣੀ ਤੇ ਕੁੰਗੂ ਵਰਗਾ ਪਾਣੀ। ਖਾਲਸਾ ਜੀ ਇੰਨੀਆਂ ਬੇਨਤੀਆਂ ਕਰਦੇ ਖੇਡਾਂ ਦਾ ਗਾਚਕਾ ਇਹ ਕਵਿਤਾ ਬਣਾਉਂਦਿਆਂ ਬਹੁਤ ਤਰੁੱਟੀਆਂ ਰਹਿੰਦੀਆਂ, ਸੰਗਤ ਬਖਸ਼ਣਯੋਗ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਧੰਨਵਾਦੀ ਹਾਂ ਬਜ਼ੁਰਗ ਸ਼ਾਇਰ ਜੋਗਿੰਦਰ ਸਿੰਘ ਜੀ ਤੂਫਾਨ, ਜਿਨ੍ਹਾਂ ਨੇ ਬੇਈ ਬਾਰੇ ਆਪਣੀ ਕਵਿਤਾ ਕਹੀ ਹੈ। ਕਵੀ ਦੇ ਮਨ ਵਿੱਚ ਜੋਸ਼ ਬਹੁਤ ਹੁੰਦਾ ਹੈ। ਜਿਵੇਂ ਦਰਿਆ ਨੂੰ ਠੱਲਣਾ ਔਖਾ ਹੈ, ਇਵੇਂ ਇਸ ਜੋਸ਼ ਨੂੰ ਵੀ ਠੱਲਣਾ ਔਖਾ ਹੈ। ਸੋ ਫਿਰ ਵੀ ਉਹਨਾਂ ਨੇ ਮੇਰੀ ਬੇਨਤੀ ਨੂੰ ਪ੍ਰਵਾਨ ਕੀਤਾ ਔਰ ਇੱਕ ਕਵਿਤਾ ਕਹਿ ਕੇ ਉਹਨਾਂ ਨੇ ਸਮਾਪਤੀ ਕੀਤੀ ਹੈ। ਮੈਂ ਅਤੀ ਧੰਨਵਾਦੀ ਹਾਂ ਸਤਿਕਾਰਯੋਗ ਸਰਦਾਰ ਨਗਿੰਦਰ ਸਿੰਘ ਤੇ ਉਹਨਾਂ ਦੇ ਨਾਲ ਆਏ ਹੋਏ ਉਹਨਾਂ ਦੇ ਸਹਿਯੋਗੀ ਸੱਜਣਾਂ ਦਾ, ਜਿਹੜੇ ਵਿਦੇਸ਼ ਦੀ ਧਰਤੀ ਤੋਂ ਇੱਥੇ ਸੀਚੇਵਾਲ ਪਹੁੰਚੇ ਆ। ਬਾਕੀ ਵੀ ਸਾਰੀਆਂ ਸੰਗਤਾਂ ਜਿਨ੍ਹਾਂ ਦੀ ਡਿਊਟੀ ਹੈ ਨਹੀਂ ਉਹ ਕਵੀ ਦਰਬਾਰ ਵਿੱਚ ਆ ਜਾਓ, ਜਿਹੜੇ ਪਿੱਛੇ ਬੈਠੇ ਆ ਉਹ ਅੱਗੇ ਆ ਜਾਓ। ਸੋ ਤਾਰਾ ਸਿੰਘ ਜੀ ਸ਼ਾਹਕੋਟੀ ਬਜ਼ੁਰਗ ਸ਼ਾਇਰ, ਮੈਂ ਉਹਨਾਂ ਨੂੰ ਬੇਨਤੀ ਕਰਾਂ ਕਿ ਉਹ ਆਪਣੀ ਕਵਿਤਾ ਕਹਿਣਗੇ। ਇਹਨਾਂ ਤੋਂ ਬਾਅਦ ਬਲਦੇਵ ਰਾਜ ਸਰਪੰਚ ਸਾਲਾਪੁਰ ਉਹ ਆਪਣੀ ਕਵਿਤਾ ਤਿਆਰ ਰੱਖਣ। ਮੈਂ ਬਾਬਾ ਜੀ ਦੀ ਗੱਲ ਨੂੰ ਫਿਰ ਦੁਹਰਾਉਣਾ ਕਿ ਸ਼ਾਇਰ ਵੀਰ ਜੋ ਜਿਸ ਤਰ੍ਹਾਂ ਮਹਾਂਪੁਰਸ਼ਾਂ ਨੇ ਉਹਨਾਂ ਨੂੰ ਇਸ਼ਾਰਾ ਦਿੱਤਾ ਉਸ ਮੁਤਾਬਕ ਹੀ ਆਪਣੇ ਵਿਸ਼ੇ ਨੂੰ ਕੇਂਦਰਿਤ ਰੱਖਣ ਔਰ ਸੰਤ ਬਾਬਾ ਲਾਲ ਸਿੰਘ ਜੀ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ। ਸੋ ਤਾਰਾ ਸਿੰਘ ਜੀ ਸ਼ਾਹਕੋਟੀ ਬਜ਼ੁਰਗ ਸ਼ਾਇਰ ਆਪਣੀ ਰਚਨਾ ਕਹਿਣਗੇ। ਇਹਨਾਂ ਤੋਂ ਬਾਅਦ ਸਰਪੰਚ ਸਾਲਾਪੁਰ ਆਪਣੀ ਕਵਿਤਾ ਤਿਆਰ ਰੱਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਈ ਪਾਣੀ ਸਾਫ ਸੀ, ਪਾਣੀ ਸਾਫ ਨਹੀਂ, ਜਿੱਥੇ ਰੁੱਖਾਂ ਦੀ ਨਾ ਛਾਂ ਠੰਡੀ, ਉੱਥੇ ਸਮਝ ਲਓ ਲੋਕ ਲਾਚਾਰ ਹੁੰਦੇ ਤੇ ਬਾਂਹ ਉਹਨਾਂ ਦੀ ਕੋਈ ਨਾ ਫੜਨ ਵਾਲਾ, ਬਾਂਹ ਉਹਨਾਂ ਦੀ ਕੋਈ ਨਾ ਫੜਨ ਵਾਲਾ, ਤੇ ਫਿਰ ਸੰਤਾਂ ਦੇ ਉੱਥੇ ਇੰਤਜ਼ਾਰ ਹੁੰਦੇ। ਤੰਦਰੁਸਤੀ ਵੀ ਉਹਨਾਂ ਦੇ ਕਦਮ ਚੁੰਮੇ, ਗੁਰੂ ਘਰ ਦੇ ਜਿਹੜੇ ਸੇਵਾਦਾਰ ਹੁੰਦੇ, ਤੱਤੀ ਬਾਹ ਨਾ ਉਹਨਾਂ ਨੂੰ ਲੱਗਦੀ ਏ ਸੰਤਾਂ ਨਾਲ ਹੀ ਜਿਨ੍ਹਾਂ ਦੇ ਪਿਆਰ ਹੁੰਦੇ। ਜਿਨ੍ਹਾਂ ਘਰਾਂ ਵਿੱਚ ਬਾਣੀ ਦੇ ਜਾਪ ਹੁੰਦੇ, ਉੱਚੇ ਸੁੱਚੇ ਹੀ ਉਹਨਾਂ ਦੇ ਵਿਚਾਰ ਹੁੰਦੇ। ਤੇ ਆਓ ਮੈਂ ਹੁਣ ਕੁਝ ਦਿਮਾਗ ਘੁੰਮ ਗਿਆ। ਆਓ ਜੇ ਤੁਸੀਂ ਦੁਨੀਆ ਆਏ ਹੁਣ ਸਾਨੂੰ, ਉਹ ਕੁਝ ਤੇ ਸੋਚ ਵਿਚਾਰ ਕਰੋ। ਤੁਸੀਂ ਪਾਣੀ ਦਾ ਸਤਿਕਾਰ ਕਰੋ ਤੇ ਰੁੱਖਾਂ ਨਾਲ ਪਿਆਰ ਕਰੋ। ਤੁਸੀਂ ਪਾਣੀ ਦਾ ਸਤਿਕਾਰ ਕਰੋ, ਇਹ ਰੁੱਖਾਂ ਨਾਲ ਪਿਆਰ ਕਰੋ। ਪੈਸੇ ਖਾਤਰ ਚੰਗੇ ਪਾਣੀ ਵਿੱਚ ਗੰਦੇ ਨੂੰ ਕਿਉਂ ਪਾਉਣ ਲੱਗ ਪਏ? ਪੈਸੇ ਖਾਤਰ ਤੁਸੀਂ ਜ਼ੁਲਮ ਕਮਾਉਣ ਲੱਗ ਪਏ। ਸਭ ਕੁਛ ਛੱਡ ਜਾਣਾ, ਨਾ ਬਿਮਾਰੀਆਂ ਦਾ ਸ਼ਿਕਾਰ ਬਣੋ। ਤੁਸੀਂ ਪਾਣੀ ਦਾ ਸਤਿਕਾਰ ਕਰੋ ਤੇ ਰੁੱਖਾਂ ਨਾਲ ਪਿਆਰ ਕਰੋ। ਇਹਨਾਂ ਰੁੱਖਾਂ ਨਾਲ ਪਿਆਰ ਕਰੋ। ਆਪਣੇ ਦਿਲ ਵਿੱਚ ਮਾਰੋ ਝਾਤੀ ਜੇ,
ਇਹ ਰੁੱਖ ਇੱਕ ਸਭ ਦਾ ਜੀਵਨ ਸਾਥੀ ਦੇ। ਹਰਿਆਂ ਭਰਿਆਂ ਰੁੱਖਾਂ ਨੂੰ ਨਾ ਵੱਢੋ ਤੇ ਨਾ ਬਰਬਾਦ ਕਰੋ। ਤੁਸੀਂ ਪਾਣੀ ਦਾ ਸਤਿਕਾਰ ਕਰੋ, ਇਹਨਾਂ ਰੁੱਖਾਂ ਨਾਲ ਪਿਆਰ ਕਰੋ। ਸੰਤ ਬਾਰ-ਬਾਰ ਸਾਨੂੰ ਇਹੋ ਸਮਝਾਉਂਦੇ ਨੇ। ਕੋਂਬਲੇ ਹੱਥਾਂ ਨਾਲ ਉਹ ਵੀ ਰੁੱਖ ਲਗਾਉਂਦੇ ਨੇ। ਸੰਤਾਂ ਦੇ ਪੂਰਨਿਆਂ 'ਤੇ ਚੱਲਣ ਦਾ ਇੰਤਜ਼ਾਰ ਕਰੋ। ਤੁਸੀਂ ਪਾਣੀ ਦਾ ਸਤਿਕਾਰ ਕਰੋ ਤੇ ਰੁੱਖਾਂ ਨਾਲ ਪਿਆਰ ਕਰੋ। ਸੰਤਾਂ ਨੇ ਚੰਗੀਆਂ ਚੰਗੀਆਂ ਕਵੀਆਂ ਨੂੰ ਬੁਲਾਇਆ ਸੀ ਤੇ ਸ਼ਾਹਕੋਟੀ ਨੇ ਜਦੋਂ ਸੁਣਿਆ ਸੀ ਉਹ ਵੀ ਇੱਥੇ ਆਇਆ ਸੀ। ਇਹਨਾਂ ਸੰਤਾਂ 'ਤੇ ਸੀਚੇ ਵਾਲੀਆਂ ਸੰਤਾਂ 'ਤੇ ਸਦਾ ਦਰਸ਼ਦਾਰ ਕਰੋ। ਤੁਸੀਂ ਪਾਣੀ ਦਾ ਸਤਿਕਾਰ ਕਰੋ, ਇਹਨਾਂ ਰੁੱਖਾਂ ਨਾਲ ਪਿਆਰ ਕਰੋ। ਬਈ ਲੀਕ ਵੱਜੀ ਸੀ ਜਦੋਂ ਪੰਜਾਬ ਦੀ ਹਿੱਕ ਉੱਤੇ, ਉਹ ਸੀਨਾ ਚੀਰ ਕੇ ਦੋ ਦਫਾੜ ਹੋਇਆ। ਤਾਹਾਂ ਮਾਰ ਪੰਜਾਬ ਆਖਦੀ ਏ ਵੱਖੋ ਵੱਖ ਅੱਜ ਮੇਰਾ ਪਰਿਵਾਰ ਹੋਇਆ। ਨਹੀਂ ਅਸਾਂ ਵੇਖੇ ਸੀ ਆਜ਼ਾਦੀਏ ਰੰਗ ਤੇਰੇ, ਲਹੂ ਨਾਲ ਸੀ ਉਦੋਂ ਲਾਲ ਪੰਜਾਬ ਹੋਇਆ। ਤੇਰੇ ਲੈਣ ਲਈ ਲੱਖਾਂ ਸ਼ਹੀਦ ਹੋ ਗਏ ਤੇ ਤਾਈਓ ਦੇਸ਼ ਸੀ ਸਾਡਾ ਆਜ਼ਾਦ ਹੋਇਆ। ਫਿਰ ਭ੍ਰਿਸ਼ਟਾਚਾਰ ਨੇ ਆਜ਼ਾਦੀ ਗਵਾਹ ਕਰ ਲਈ। ਇਸ ਆਜ਼ਾਦੀ ਨੇ ਰੰਗ ਵਟਾ ਲਿਆ ਸੀ। ਜਿਹੜੇ ਦੇਸ਼ ਤੋਂ ਹੋ ਕੁਰਬਾਨ ਗਏ ਸੀ ਇਹਨੂੰ ਉਹਨਾਂ ਤੋਂ ਮੁੱਖ ਭਵਾ ਲਿਆ ਸੀ। ਆਜ਼ਾਦੀ ਕਹਿੰਦੀ ਏ ਮੈਂ ਮੁੜ ਗੁਲਾਮ ਹੋ ਗਈ, ਮੇਰੇ ਅੱਖਾਂ ਵਿੱਚੋਂ ਪਾਣੀ ਸੁੱਕਦਾ ਨਹੀਂ। 67 ਸਾਲ ਹੋਏ ਮੈਨੂੰ ਘੁੰਮਦੀ ਨੂੰ ਤੇ ਪੈਂਡਾ ਦੁੱਖਾਂ ਵਾਲਾ ਜੇ ਮੁੱਕਦਾ ਨਹੀਂ। ਸ਼ਾਹਕੋਟੀ ਆਜ਼ਾਦੀ ਰੋਂਦੀ ਏ, ਉਹ ਸੁੱਤਾ ਪਿਆ ਇਨਸਾਫ ਅਜੇ ਉੱਠਦਾ ਨਹੀਂ। ਇੱਥੇ ਕੌਡੀਆਂ ਤੇ ਘੋਗਿਆਂ ਦੇ ਮੁੱਲ ਪੈਂਦੇ। ਵੇਖੋ ਹੀਰਿਆਂ ਨੂੰ ਕੋਈ ਪੁੱਛਦਾ ਨਹੀਂ, ਵੇਖੋ ਹੀਰਿਆਂ ਨੂੰ ਕੋਈ ਪੁੱਛਦਾ ਨਹੀਂ। ਪਿਆਰੀ ਸਾਧ ਸੰਗਤ ਜੀਓ, ਕਵੀ ਵੀਰੋ, ਕਵੀਆਂ ਦੇ ਬਾਦਸ਼ਾਹ ਸੰਤ ਮਹਾਰਾਜ ਜੀਓ, ਸੰਤ ਬਲਬੀਰ ਸਿੰਘ ਜੀ ਮਹਾਨ ਸ਼ਕਤੀ ਨੂੰ ਮੇਰੀ ਲੱਖ ਲੱਖ ਵਾਰੀ ਪ੍ਰਣਾਮ ਆ। ਜੇ ਕੋਈ ਮੈਥੋਂ ਗਲਤ ਬੋਲਿਆ ਗਿਆ ਹੋਵੇ ਤੇ ਮੈਂ ਮਾਫੀ ਮੰਗਣ ਦਾ ਹੱਕਦਾਰ ਹਾਂ। ਆਓ ਗੱਜ ਵੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰਯੋਗ ਬਜ਼ੁਰਗ ਸ਼ਾਇਰ ਤਾਰਾ ਸਿੰਘ ਜੀ ਸ਼ਾਹਕੋਟੀ, ਜਿਨ੍ਹਾਂ ਨੇ ਆਪਣੀ ਕਵਿਤਾ ਦੇ ਰਾਹੀਂ ਇਹ ਬਿਆਨ ਕੀਤਾ ਬਈ ਰੁੱਖਾਂ ਨਾਲ ਪਿਆਰ ਕਰੋ ਤੇ ਪਾਣੀ ਦਾ ਸਤਿਕਾਰ ਕਰੋ। ਸੰਤ ਬਲਬੀਰ ਸਿੰਘ ਜੀ ਉਹਨਾਂ ਨੇ ਵੀ ਇਹ ਨਾਅਰਾ ਦਿੱਤਾ ਔਰ ਥਾਂ ਥਾਂ ਤੇ ਪਾਣੀ ਬਾਰੇ ਉਹਨਾਂ ਨੇ ਲਿਖ ਕੇ ਵੀ ਲਾਇਆ। ਵੱਖ-ਵੱਖ ਕਾਨਫਰੰਸਾਂ ਵਿੱਚ ਉਹਨਾਂ ਨੇ ਪਾਣੀ ਨੂੰ ਬਚਾਉਣ 'ਤੇ ਵੱਡਾ ਜ਼ੋਰ ਦਿੱਤਾ, ਜਿਹਦੇ ਨਾਲ ਲੋਕਾਂ ਦੇ ਅੰਦਰ ਜਾਗਰਤੀ ਆਈ ਹੈ। ਸ਼ਾਇਰਾਂ ਨੇ ਵੀ ਇਸ ਨੂੰ ਆਪਣੀ ਸ਼ਾਇਰੀ ਦਾ ਧੁਰਾ ਬਣਾਇਆ ਔਰ ਅੱਜ ਪਾਣੀ ਦੀ ਕਦਰ ਸਮੁੱਚੇ ਵਰਲਡ ਦੇ ਵਿੱਚ ਲੋਕ ਕਰ ਰਹੇ ਆ ਔਰ ਇਹਦੀ ਅਹਿਮੀਅਤ ਨੂੰ ਸਮਝ ਰਹੇ ਆ। ਮੈਂ ਬੇਨਤੀ ਕਰਾਂਗਾ ਬਲਦੇਵ ਰਾਜ ਸਰਪੰਚ ਸਾਲਾਪੁਰ ਉਹ ਆਪਣੀ ਕਵਿਤਾ ਕਹਿਣਗੇ। ਉਹਨਾਂ ਤੋਂ ਬਾਅਦ ਚਰਨ ਸੀਚੇਵਾਲਵੀ ਜੀ ਉਹ ਆਪਣੀ ਕਵਿਤਾ ਸੰਗਤ ਨਾਲ ਸਾਂਝੀ ਕਰਨਗੇ। ਸੋ ਹੁਣ ਸਰਪੰਚ ਸਾਲਾਪੁਰ ਆਪਣੀ ਕਵਿਤਾ ਕਹਿਣ ਜਾ ਰਹੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਪੁਰਸ਼ ਕੁਝ ਇਸ਼ਾਰੇ ਦੇ ਗਏ ਨੇ ਜਿਨ੍ਹਾਂ ਦੇ ਵਿੱਚ ਅਸੀਂ ਰਹਿਣਾ ਹੈ ਤੇ ਮੈਂ ਸਮੇਂ ਨੂੰ ਨਾ ਜਾਇਆ ਕਰਾਂ। ਮਹਾਪੁਰਸ਼ਾਂ ਫਰਮਾਨ ਕੀਤਾ ਹੈ, ਸੰਗਤ ਵਿੱਚ ਨਾ ਆਣ ਕੇ ਗੱਲ ਸਮਝੀ ਤੇ ਭਲਾ ਸੰਗਤ ਵਿੱਚ ਆਉਣ ਦਾ ਕੀ ਫਾਇਦਾ। ਜਿਸ ਦਾ ਵਿਆਹ ਵਾ ਉਸੇ ਦੇ ਗੀਤ ਗਾਈਏ ਤੇ ਘੋੜੀ ਦੂਜੇ ਦੀ ਗਾਉਣ ਦਾ ਕੀ ਫਾਇਦਾ। ਸਿਆਣੇ ਆਖਦੇ ਕੰਮ ਦੀ ਗੱਲ ਕਰੀਏ ਤੇ ਐਵੇਂ ਸ਼ੋਰ ਮਚਾਉਣ ਦਾ ਕੀ ਫਾਇਦਾ। ਸਰਪੰਚਾ ਜੇ ਸੱਚੇ ਦਿਲੋਂ ਤੂੰ ਸੰਤਾਂ ਦੇ ਕਹਿਣੇ ਟਾਈਮ ਦੇ ਵਿੱਚ ਨਾ ਰਿਹਾ ਤੇ ਭਲਾ ਕਵਿਤਾ ਗਾਉਣ ਦਾ ਕੀ ਫਾਇਦਾ। ਭਲਾ ਕਵਿਤਾ ਗਾਉਣ ਦਾ
ਕੀ ਫਾਇਦਾ। ਜਿਨ੍ਹਾਂ ਲੋਕਾਂ ਨੇ ਪੱਕੇ ਪਾ ਲਏ ਤੇ ਜਬ ਮੁੱਕ ਗਏ ਕਦੀ ਨਹੀਂ ਚੋ ਸਕਦੇ। ਜਿਹੜੇ ਮੇਰੀ ਉਮਰ ਦੇ ਨੇ ਉਹਨਾਂ ਨੂੰ ਪਤਾ, ਕੱਚੇ ਬੜੇ ਤੰਗ ਕਰਿਆ ਕਰਦੇ ਸੀ ਕੋਠੇ, ਹੁਣ ਪੱਕੇ ਪੈ ਗਏ ਨੇ। ਜਿਨ੍ਹਾਂ ਲੋਕਾਂ ਨੇ ਪੱਕੇ ਪਾ ਲਏ ਤੇ ਜਬ ਮੁੱਕ ਗਏ ਕਦੀ ਨਹੀਂ ਚੋ ਸਕਦੇ। ਜਿਨ੍ਹਾਂ ਲੋਕਾਂ ਦੇ ਦਰਦੀ ਦੂਰ ਵਸਦੇ ਤੇ ਦੁੱਖ ਕਿੱਥੇ ਉਹ ਬੈਠ ਕੇ ਰੋ ਸਕਦੇ। ਤੇ ਜਿੰਨੀ ਬਲਬ ਨੇ ਲਾਈਟ ਇੱਕ ਵਾਰ ਕਰਨੀ ਤੇ ਦੀਵੇ 10 ਨਹੀਂ ਦੇ ਉਹ ਲੋ ਸਕਦੇ। ਸਰਪੰਚ ਸਾਲਾਪੁਰੀਏ ਵਰਗੇ ਤੇ ਦੁਨੀਆ ਵਿੱਚ ਬਹੁਤ ਫਿਰਦੇ ਤੇ ਸੰਤ ਲਾਲ ਸਿੰਘ ਜੇ ਸਾਰੇ ਨਹੀਂ ਹੋ ਸਕਦੇ। ਮਹਾਪੁਰਸ਼ਾਂ ਜੇ ਸਾਰੇ ਨਹੀਂ ਹੋ ਸਕਦੇ। ਜਿਨ੍ਹਾਂ ਨੇ ਸਾਨੂੰ ਸੇਧਾਂ ਦਿੱਤੀਆਂ ਨੇ, ਜਿਨ੍ਹਾਂ ਨੇ ਇਹ ਵਾਲੇ ਸਮਾਗਮ ਰਚਨ ਦੇ ਮੌਕੇ ਦਿੱਤੇ ਨੇ। ਮੈਂ ਪਾਣੀ ਦੇ ਵੱਲ ਮੇਰਾ ਧਿਆਨ ਚਲਾ ਗਿਆ। ਪਾਣੀ ਅੱਗੇ ਹੀ ਬਹੁਤ ਥੱਲੇ ਚਲਾ ਗਿਆ। ਪਾਣੀ ਅੱਗੇ ਹੀ ਬਹੁਤ ਥੱਲੇ ਜਾ ਚੁੱਕਾ ਹੈ ਤੇ ਇਹਨੂੰ ਹੋਰ ਨਾ ਥੱਲੇ ਘੁਲਾਈ ਜਾਈਏ। ਬਾਲਟੀ 2 ਬਾਲਟੀ ਨਾਲ ਵੀ ਆਪਾਂ ਨਹਾ ਸਕਦੇ ਹਾਂ ਤੇ ਐਵੇਂ ਮੋਟਰਾਂ ਛੱਡਣਾ ਨਹਾਈ ਜਾਈਏ। ਫਸਲਾਂ ਹੋਰ ਵੀ ਲਾਉਣ ਨੂੰ ਬਹੁਤ ਬਣੀਆਂ, ਫਸਲਾਂ ਹੋਰ ਵੀ ਬੀਜਣ ਨੂੰ ਬਹੁਤ ਬਣੀਆਂ ਤੇ ਕੱਲਾ ਝੋਨਾ ਹੀ ਨਾ ਆਪਾਂ ਲਾਈ ਜਾਈਏ। ਸਰਪੰਚਾ ਸੀਚੇ ਵਾਲੀਏ ਸੰਤਾਂ ਨੇ ਜਿਹੜਾ ਪਾਣੀ ਦੇ ਸੰਬੰਧ ਵਿੱਚ ਵਿੱਢਿਆ ਹੈ ਤੇ ਉਹਨਾਂ ਦੇ ਕਦਮਾਂ ਨਾਲ ਕਦਮ ਮਿਲਾਈ ਜਾਈਏ, ਉਹਨਾਂ ਦੇ ਕਦਮਾਂ ਨਾਲ ਕਦਮ ਮਿਲਾਈ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਨਾਂ ਵਜ੍ਹਾ ਜੇ ਪਾਣੀ ਨੂੰ ਵਰਤ ਛੱਡਿਆ, ਬਿਨਾਂ ਵਜ੍ਹਾ ਜੇ ਪਾਣੀ ਨੂੰ ਵਰਤ ਛੱਡਿਆ ਇਸ ਪਾਣੀ ਨੇ ਥੱਲਿਓਂ ਸੁੱਕ ਜਾਣਾ। ਬਿਨਾਂ ਵਜ੍ਹਾ ਜੇ ਪਾਣੀ ਨੂੰ ਵਰਤ ਛੱਡਿਆ ਇਸ ਪਾਣੀ ਨੇ ਥੱਲਿਓਂ ਸੁੱਕ ਜਾਣਾ। ਨਵੇਂ ਰੁੱਖ ਲਾਏ ਨਾ ਪੁਰਾਣਿਆਂ ਨੂੰ ਵੱਢੀ ਜਾਂਦੇ ਤੇ ਚਿੜੀਆਂ ਵਾਂਗਰਾਂ ਇਹਨਾਂ ਨੇ ਲੁੱਕ ਜਾਣਾ। ਭਰੂਣ ਹੱਤਿਆ ਤੇ ਜੇਕਰ ਨਾ ਅਸਾਂ ਰੋਕ ਲਾਈ ਤੇ ਸਾਡੀ ਹੋਂਦ ਨੇ ਇੱਕ ਦਿਨ ਨੂੰ ਮੁੱਕ ਜਾਣਾ। ਸਰਪੰਚਾ ਸੀਚੇ ਵਾਲੀਏ ਵਾਂਗੂ ਜੇ ਵਾਤਾਵਰਨ ਸੰਭਿਆ ਨਾ ਤੇ ਸਾਡੇ ਸਾਹਾਂ ਨੇ ਇੱਕ ਦਿਨ ਨੂੰ ਰੁਕ ਜਾਣਾ। ਸਾਡੇ ਸਾਹਾਂ ਨੇ ਇੱਕ ਦਿਨ ਨੂੰ ਰੁਕ ਜਾਣਾ। ਮਹਾਪੁਰਸ਼ਾਂ ਨੇ ਜਦੋਂ ਸੀ ਹੁਕਮ ਦਿੱਤਾ ਤੇ ਆ ਕੇ ਵਿੱਚ ਮੈਂ ਸੰਗਤਾਂ ਦੇ ਬਹਿ ਗਿਆ। ਐਸਾ ਸੰਗਤਾਂ ਦੇ ਕਦਮੀ ਧਿਆਨ ਲੱਗਾ ਤੇ ਆਪਣੇ ਆਪ ਮੈਂ ਬੋਲਦਾ ਰਹਿ ਗਿਆ। ਬੋਲੀ ਗਿਆ ਤੇ ਪਤਾ ਨਹੀਂ ਰਿਹਾ ਮੈਨੂੰ ਮੁੱਖੋਂ ਆਪਣੇ ਕੀ ਮੈਂ ਕਹਿ ਗਿਆ। ਸਰਪੰਚ ਆਖਦਾ ਇੰਨਾ ਮਾਲੂਮ ਮੈਨੂੰ ਕਿ ਹਿੱਸਾ ਹਾਜ਼ਰੀ ਵਿੱਚ ਹੈ ਪੈ ਗਿਆ, ਹਿੱਸਾ ਹਾਜ਼ਰੀ ਵਿੱਚ ਹੈ ਪੈ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਪੰਚ ਬਲਦੇਵ ਰਾਜ ਜੀ ਜਿਨ੍ਹਾਂ ਨੇ ਬੜੀਆਂ ਕਵਿਤਾਵਾਂ ਬਾਬਾ ਜੀ ਦੇ ਬਾਰੇ ਬਹੁਤ ਲਿਖੀਆਂ। ਇਹ ਕਿੱਸਾ ਬੜਾ ਲੰਮਾ ਹੈ ਕਿਉਂਕਿ ਸ਼ਾਇਰ ਵੀਰ ਬਹੁਤ ਲੰਬੇ ਸਮੇਂ ਤੋਂ ਮਹਾਂਪੁਰਸ਼ਾਂ ਦੇ ਨਾਲ ਕਦਮ ਮਿਲਾ ਕੇ ਚੱਲ ਰਹੇ ਆ। ਬਾਬਾ ਜੀ ਕਹਿ ਕੇ ਗਏ, ਕਹਿੰਦੇ ਵੀ ਜਿੱਦਣ ਵੇਈ ਦੀ ਸੇਵਾ ਸ਼ੁਰੂ ਕੀਤੀ ਉਦਣ ਵੀ ਕਵੀ ਸਾਡੇ ਨਾਲ ਸੀ। ਜਿਹੜੇ ਜਲੰਧਰ ਉੱਤੇ ਬਾਹਾਂ ਖੜੀਆਂ ਕਰੀ ਫਿਰਦੇ ਸੀ ਉਹ ਤਾਂ ਕੋਈ ਵੀ ਨਹੀਂ ਨਾਲ ਬੋੜਿਆ, ਕਵੀ ਆ ਗਏ। ਸੌਣ ਦੀ ਸੰਗਰਾਂਦ ਕਵੀ ਦਰਬਾਰ ਹੋਇਆ। ਬਾਬਾ ਜੀ ਕਹਿੰਦੇ ਆਪਣਾ ਤਾਂ ਕੰਮ ਹੋਰ ਹੈ, ਆਪਾਂ ਚੱਲੀਏ। ਤੇ ਇਹ ਵੀਰ ਨਾਲ ਗਏ। ਕੁਝ ਤਾਂ ਪ੍ਰਲੋਕ ਗਮਨ ਕਰ ਗਿਆ, ਜਗਤਾਰ ਸਿੰਘ ਦੁਖੀ ਵਰਗੇ, ਔਰ ਉਹ ਵੀ ਸ਼ਖਸੀਅਤਾਂ ਅਮਰ ਹੋ ਜਾਂਦੀਆਂ ਜਿਹੜੀਆਂ ਇਹੋ ਜਿਹੇ ਇਤਿਹਾਸਕ ਮੌਕਿਆਂ 'ਤੇ ਕਿਸੇ ਮਹਾਂਪੁਰਸ਼ ਦੇ ਸੰਗ ਹੁੰਦੀਆਂ। ਮੈਂ ਧੰਨਵਾਦੀ ਹਾਂ ਸਰਪੰਚ ਸਾਹਿਬ ਉਹਨਾਂ ਦਾ, ਜਿਨ੍ਹਾਂ ਨੇ ਬੜੇ ਸੰਖੇਪ ਸ਼ਬਦਾਂ ਵਿੱਚ ਆਪਣੀਆਂ ਢੁਕਵੀਆਂ ਰਚਨਾਵਾਂ ਸੰਗਤ ਦੇ ਸਨਮੁਖ ਰੱਖੀਆਂ। ਤੇ ਹੁਣ ਚਰਨ ਸੀਚੇਵਾਲ ਵੀ ਜਿਹੜੇ ਇਸੇ ਹੀ ਨਗਰ ਦੇ ਸ਼ਾਇਰ ਹਨ, ਜਿਨ੍ਹਾਂ ਨੇ ਨਗਰ ਦਾ ਨਾਂ ਬੜੇ ਉੱਚੇ ਲੈਵਲ ਦੇ ਉੱਤੇ ਪਹੁੰਚਾਇਆ ਹੈ ਔਰ ਹਮੇਸ਼ਾ ਆਪਣੀ ਸੁਰਤ ਨੂੰ ਇੱਕ ਚੰਗੇ ਸਮਾਜ ਸੁਧਾਰਕ ਵਜੋਂ ਉਭਾਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਮੈਂ ਬੇਨਤੀ ਕਰਦਾ ਚਰਨ ਸੀਚੇਵਾਲ ਵੀ ਜੀ ਨੂੰ ਕਿ ਉਹ ਆਪਣੀ ਕਵਿਤਾ ਕਹਿਣ ਲਈ ਸਟੇਜ 'ਤੇ ਆਉਣਗੇ। ਉਹਨਾਂ ਤੋਂ ਬਾਅਦ ਮੇਰੀ ਬੇਨਤੀ ਹੈ ਰਾਮ ਸਿੰਘ ਜੀ ਇੰਸਾਫ ਸਾਹਿਬ ਨੂੰ ਕਿ ਉਹ ਆਪਣੀ ਕਵਿਤਾ ਨੂੰ ਤਿਆਰ ਰੱਖਣਗੇ। ਸਤਿਕਾਰਯੋਗ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸੰਤ ਬਲਬੀਰ ਸਿੰਘ ਜੀ ਮਹਾਰਾਜ, ਸੰਤ ਸੁਖਜੀਤ ਸਿੰਘ ਜੀ ਮਹਾਰਾਜ, ਕਵੀ ਸਾਹਿਬਾਨ ਤੇ ਗੁਰੂ ਰੂਪ ਸਾਧ ਸੰਗਤ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸੋ ਮੈਂ ਇੱਕ ਰਵਾਈ ਅਰਜ਼ ਕਰ ਰਿਹਾ। ਸਾਡੇ ਸੰਤ ਬਲਬੀਰ ਸਿੰਘ ਹੋਣਾ,
ਤੇ ਸੰਤ ਸੁਖਜੀਤ ਸਿੰਘ ਹੁਣਾਂ ਤੇ ਸੰਗਤ ਨੇ ਮਿਲ ਕੇ ਦੁਨੀਆ ਵਿੱਚ ਨਾਂ ਪੈਦਾ ਕੀਤਾ। ਸੋ ਮੈਂ ਇਹਨਾਂ ਬਾਰੇ ਇੱਕ ਰਵਾਇਤ ਲਿਖੀ ਸੀ, ਉਹ ਮੈਂ ਅਰਜ਼ ਕਰ ਰਿਹਾ। ਇਸ ਧਰਤੀ ਇਸ ਖਿੱਤੇ ਦੇ ਇੱਕ ਸੂਰਜ ਇੱਕ ਚੰਦ ਨੇ ਦੋਵੇਂ। ਇਸ ਧਰਤੀ ਤੇ ਇਸ ਖਿੱਤੇ ਦੇ ਇੱਕ ਸੂਰਜ ਇੱਕ ਚੰਦ ਨੇ ਦੋਵੇਂ, ਬਖਸ਼ ਰਹੇ ਜੋ ਸਾਡੀ ਰੂਹ ਨੂੰ ਖੇੜਾ ਅਤੇ ਆਨੰਦ ਨੇ ਦੋਵੇਂ। ਬਖਸ਼ ਰਹੇ ਜੋ ਸਾਡੀ ਰੂਹ ਨੂੰ ਖੇੜਾ ਅਤੇ ਆਨੰਦ ਨੇ ਦੋਵੇਂ। ਸੀਚੇਵਾਲ ਦੇ ਪਿੰਡ ਦੇ ਗੁੜ ਦੀ ਉਹ ਮਹਿਕ ਕਿੱਥੋਂ ਤੱਕ ਪਹੁੰਚੀ, ਸਿਫਤ ਕਰੇ ਕਿ ਚਰਨ ਇਹਨਾਂ ਦੀ ਮਿੱਠੇ ਗੁੜ ਦੇ ਗੰਢ ਨੇ ਦੋਵੇਂ। ਸਿਫਤ ਕਰੇ ਕਿ ਚਰਨ ਇਹਨਾਂ ਦੀ ਮਿੱਠੇ ਗੁੜ ਦੇ ਗੰਢ ਨੇ ਦੋਵੇਂ। ਸੋ ਇੱਕ ਮੈਂ ਹੋਰ ਚੁਮਿਸਰਾ ਕਹਿ ਕੇ ਮੈਂ ਕਵਿਤਾ ਸ਼ੁਰੂ ਕਰਨੀ ਆ। ਉਹ ਹੈ ਵੀ ਜਿਹੜੀ ਸਿਆਸੀ ਲੋਕ ਹੈ ਨਾ, ਇਹ ਸਾਨੂੰ ਲਾਰੇ ਬਹੁਤ ਲਾਉਂਦੇ ਆ ਪਰ ਕੰਮ ਕੋਈ ਨਹੀਂ ਕਰਦੇ। ਤੇ ਜਿੱਦਾਂ ਪਿਛਲੇ ਉਦਘਾਟਨ ਜਿਹੜੇ ਆ ਉਹਨਾਂ ਦਾ ਕੰਮ ਸ਼ੁਰੂ ਨਹੀਂ ਹੋਇਆ, ਗਾਹ ਨਵੇਂ ਰੱਖੀ ਜਾਂਦੇ ਆ। ਸੋ ਮੈਨੂੰ ਇੱਕ ਦਿਨ ਇੱਕ ਖਿਆਲ ਆ ਗਿਆ ਵੀ ਜਿਹੜਾ ਕੰਮ ਆਪਾਂ ਕਰਨਾ ਉਹ ਹੀ ਹੋਣਾ। ਇਹ ਤਾਂ ਮਤਲਬ ਸਾਨੂੰ ਲਾਰੇ ਲਾਉਂਦੇ ਆ। ਤੇ ਇੱਕ ਅਰਜ਼ ਹੈ, ਜਿਹੜੇ ਆਪਣਾ ਕਛਹਿਰਾ ਨਹੀਂ ਧੋ ਸਕਦੇ ਤੇ ਮੈਲ ਦੂਜੇ ਦੀ ਉਹਨਾਂ ਉਤਾਰਨੀ ਕੀ। ਜਿਹੜੇ ਆਪਣਾ ਕਛਹਿਰਾ ਨਹੀਂ ਧੋ ਸਕਦੇ ਮੈਲ ਦੂਜੇ ਦੀ ਉਹਨਾਂ ਉਤਾਰਨੀ ਕੀ। ਤਪਦੇ ਪੋਹ 'ਚ ਰਹਿਣ ਜੋ ਹਾੜ ਵਾਂਗੂ ਤੇ ਹਿੱਕ ਉਹਨਾਂ ਗਰੀਬ ਦੀ ਠਾਰਨੀ ਕੀ। ਹਿੱਕ ਉਹਨਾਂ ਗਰੀਬ ਦੀ ਠਾਰਨੀ ਕੀ। ਤੇ ਰਹਿਣ ਲੱਗ ਪਏ ਚੰਡੀਗੜ੍ਹ ਵਿੱਚ ਜਿਹੜੇ ਨਜ਼ਰ ਝੁੱਗੀਆਂ ਵੱਲ ਉਹਨਾਂ ਮਾਰਨੀ ਕੀ। ਤੇ ਜਿਹੜੇ ਬੋਰੀਆਂ ਭਰਨ ਤੇ ਚਰਨ ਹੋਏ ਤੇ ਹਾਲਤ ਦੇਸ਼ ਦੀ ਉਹਨਾਂ ਸੁਧਾਰਨੀ ਕੀ। ਜਿਹੜੇ ਬੋਰੀਆਂ ਭਰਨ ਤੇ ਚਰਨ ਹੋਏ ਹਾਲਤ ਦੇਸ਼ ਦੀ ਉਹਨਾਂ ਸੁਧਾਰਨੀ ਕੀ। ਸੋ ਮੇਰੀ ਕਵਿਤਾ ਪ੍ਰਦੂਸ਼ਣ ਬਾਰੇ ਹੈ। ਉਹ ਹੈ, ਧਰਤੀ ਸਰਸਬਜ਼ ਬਣਾ ਦਈਏ, ਆ ਨਿੰਮ ਤੇ ਪਿੱਪਲ ਲਗਾ ਦਈਏ, ਆ ਪੌਣ ਤੇ ਪਾਣੀ ਸ਼ੁੱਧ ਕਰੀਏ, ਆ ਪ੍ਰਦੂਸ਼ਣ ਸੰਗ ਯੁੱਧ ਕਰੀਏ, ਆ ਪ੍ਰਦੂਸ਼ਣ ਸੰਗ ਯੁੱਧ ਕਰੀਏ। ਰੰਗ ਵੇਖ ਕਪਾਹਾਂ ਖਿੜੀਆਂ ਦਾ, ਆ ਗੀਤ ਕੋਈ ਲਿਖੀਏ ਚਿੜੀਆਂ ਦਾ, ਸੁਣ ਨਿਰਮਲ ਆਪਣੀ ਬੁੱਧ ਕਰੀਏ, ਆ ਪ੍ਰਦੂਸ਼ਣ ਸੰਗ ਯੁੱਧ ਕਰੀਏ। ਸ਼ੇਰ ਸੁਣਨਾ, ਨਾ ਬੀਜ ਖੇਤ ਵਿੱਚ ਜ਼ਹਿਰ ਕੋਈ, ਆ ਪੈਦਾ ਕਰੀਏ ਲਹਿਰ ਕੋਈ, ਨਾ ਪਾਣੀ ਪਿਤਾ ਵਿਰੁੱਧ ਕਰੀਏ, ਆ ਪ੍ਰਦੂਸ਼ਣ ਸੰਗ ਯੁੱਧ ਕਰੀਏ। ਆ ਅਮਨ ਦਾ ਬਿਗਲ ਵਜਾਈਏ ਹੁਣ, ਆ ਗੀਤ ਅਮਨ ਦਾ ਗਾਈਏ ਹੁਣ। ਸ਼ੇਰ ਸੁਣਨਾ, ਆ ਰੂਹ ਨੂੰ ਕਵਿਤਾ ਦੁੱਧ ਕਰੀਏ, ਆ ਰੂਹ ਨੂੰ ਕਵਿਤਾ ਦੁੱਧ ਕਰੀਏ, ਆ ਪ੍ਰਦੂਸ਼ਣ ਸੰਗ ਯੁੱਧ ਕਰੀਏ। ਆ ਪਿਆਰ ਦੇ ਫੁੱਲ ਖੜਾਈਏ ਹੁਣ, ਆ ਧਰਤੀ ਸਵਰਗ ਬਣਾਈਏ ਹੁਣ, ਆ ਖੁਦ ਨੂੰ ਨਾਨਕ ਬੁੱਧ ਕਰੀਏ, ਆ ਖੁਦ ਨੂੰ ਨਾਨਕ ਬੁੱਧ ਕਰੀਏ, ਆ ਪ੍ਰਦੂਸ਼ਣ ਸੰਗ ਯੁੱਧ ਕਰੀਏ। ਆਖਰੀ ਲਾਈਨਾਂ ਹੈ, ਛੱਡ ਅੱਖਰਾਂ ਦੀ ਖੁਸ਼ਬੋ ਜਾਈਏ, ਛੱਡ ਮਾਣ ਨਿਮਾਣੇ ਹੋ ਜਾਈਏ। ਛੱਡ ਅੱਖਰਾਂ ਦੀ ਖੁਸ਼ਬੋ ਜਾਈਏ, ਛੱਡ ਮਾਣ ਨਿਮਾਣੇ ਹੋ ਜਾਈਏ। ਛੱਡ ਮੈਂ ਆਪਣੀ ਤੁਧ ਤੁਧ ਕਰੀਏ, ਛੱਡ ਮੈਂ ਆਪਣੀ ਤੁਧ ਤੁਧ ਕਰੀਏ, ਆ ਪ੍ਰਦੂਸ਼ਣ ਸੰਗ ਯੁੱਧ ਕਰੀਏ, ਆ ਪ੍ਰਦੂਸ਼ਣ ਸੰਗ ਯੁੱਧ ਕਰੀਏ। ਇਹਨਾਂ ਹੀ ਲਫ਼ਜ਼ਾਂ ਨਾਲ ਖਿਮਾ ਦਾ ਜਾਚਕ ਹਾਂ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਪ੍ਰਦੂਸ਼ਣ ਸੰਗ ਯੁੱਧ ਕਰੀਏ। ਬਹੁਤ ਹੀ ਪ੍ਰਭਾਵੀ ਤੇ ਅੱਜ ਦੇ ਸਮਾਜ ਦੇ ਜੋ ਬਹੁਤ ਵੱਡੀ ਸਮੱਸਿਆ ਦਾ ਕਾਰਨ ਬਣਿਆ ਹੋਇਆ ਹੈ। ਪ੍ਰਦੂਸ਼ਣ ਦੇ ਉੱਤੇ ਆਪਣੀਆਂ ਕਾਵਿ ਸਤਰਾਂ ਨੂੰ ਕੇਂਦਰਿਤ ਕਰਕੇ ਹਾਜ਼ਰੀ ਲਵਾ ਕੇ ਗਏ ਨੇ ਚਰਨ ਸੀਚੇਵਾਲਵੀ ਜੀ। ਬਹੁਤ ਬਹੁਤ ਕਵੀ ਵੀਰ ਦਾ ਧੰਨਵਾਦ ਹੈ। ਵੱਖ ਵੱਖ ਸਮਿਆਂ ਦੇ ਉੱਤੇ ਇਹ ਇਕੱਲਾ ਇਹ ਨਹੀਂ ਕਿ
ਕੱਲੀ ਕਵਿਤਾ ਦੇ ਨਾਲ ਹੀ ਹਾਜ਼ਰੀ ਲਵਾਉਂਦੇ ਆ। ਆਪਣੀ ਕਿਰਤ ਕਮਾਈ ਵਿੱਚੋਂ ਵੀ ਦਸਵੰਧ ਸੇਵਾ ਵਿੱਚ ਤੇ ਹੋਰ ਵੀ ਜਿੰਨੇ ਦੇਸ਼ ਕੌਮ ਦੇ ਕੰਮ ਚੱਲਦੇ ਆ ਉਹਦੇ ਵਿੱਚ ਇਹ ਸਮਾਂ ਕੱਢਦੇ ਆ। ਇਹ ਵੀ ਇੱਕ ਬਹੁਤ ਵੱਡੀ ਇਨਸਾਨ ਦੀ ਦੇਣ ਹੁੰਦੀ ਹੈ। ਕਈ ਲੋਕ ਸਿਰਫ ਆਪਣੇ ਤੱਕ ਸੀਮਤ ਹੁੰਦੇ, ਆਪਣੇ ਪਰਿਵਾਰ ਤੱਕ ਸੀਮਤ ਹੁੰਦੇ ਆ, ਔਰ ਕੁਝ ਕੁ ਲੋਕ ਐਸੇ ਹੁੰਦੇ ਜਿਨ੍ਹਾਂ ਨੂੰ ਅਕਾਲ ਪੁਰਖ ਨੇ ਦਇਆ ਕਰਕੇ ਇਹ ਸੋਝੀ ਦਿੱਤੀ ਹੁੰਦੀ ਹੈ, ਉਹ ਦੂਸਰਿਆਂ ਦੇ ਦੁੱਖ ਨੂੰ ਵੀ ਆਪਣਾ ਦੁੱਖ ਸਮਝਦੇ ਆ। ਸਾਡੇ ਵਿੱਚ ਰਾਮ ਸਿੰਘ ਜੀ ਇਨਸਾਫ ਸ਼ਾਇਰ ਵੀਰ ਬਿਰਾਜਮਾਨ ਹਨ। ਮੈਂ ਇਹਨਾਂ ਨੂੰ ਮੰਚ ਤੇ ਸਟੇਜ ਤੇ ਸੱਦਾ ਦਿੰਦਾ ਕਿ ਉਹ ਆਪਣੀ ਕਵਿਤਾ ਕਹਿਣ ਲਈ ਆਉਣ। ਇਹਨਾਂ ਦਾ ਬੜੇ ਲੰਬੇ ਸਮੇਂ ਤੋਂ ਸਹਿਯੋਗ ਰਿਹਾ। ਗੁਰੂ ਮਹਾਰਾਜ ਨੇ ਬੜੀ ਵੱਡੀ ਅਹੁਦੇਦਾਰੀ ਵੀ ਦਿੱਤੀ, ਪਰ ਉਸ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਵਸਿਆ ਰਿਹਾ ਤੇ ਬਾਬਾ ਜੀ ਦੇ ਜੋ ਪਰਉਪਕਾਰ ਦੇ ਕਾਰਜ ਸੀ ਉਹਦੇ ਵਿੱਚ ਰਾਮ ਸਿੰਘ ਇਨਸਾਫ ਨੇ ਆਪਣਾ ਵਡਮੁੱਲਾ ਯੋਗਦਾਨ ਦਿੱਤਾ। ਮੈਂ ਬੇਨਤੀ ਕਰਦਾ ਕਿ ਉਹ ਆਪਣੀ ਕਵਿਤਾ ਲੈ ਕੇ ਸਟੇਜ ਤੇ ਆਉਣ। ਸੋ ਇਸ ਕਵੀ ਦਰਬਾਰ ਦਾ ਜਿਹੜਾ ਸ਼ਾਨ ਹੈ, ਕਵੀ ਦਰਬਾਰ ਦੀ, ਉਹ ਦੂਣ ਸਵਾਈ ਹੋ ਜਾਂਦੀ ਹੈ, ਕਿਉਂਕਿ ਮਹਾਂਪੁਰਸ਼ਾਂ ਦੀ ਸੰਗਤ ਹੀ ਇਨਸਾਨ ਨੂੰ ਇੱਕ ਉਦਮ ਦਿੰਦੀ ਹੈ। ਸਾਧੂ ਸੰਗ ਭਇਆ ਮਨ ਉਦਮ, ਨਾਮ ਰਤਨ ਜਸ ਗਾਈ, ਮਿਟ ਗਈ ਚਿੰਤਾ ਸਿਮਰ ਅਨੰਤਾ, ਸਾਗਰ ਤਰਿਆ ਭਾਈ। ਸੋ ਆਪ ਜੀ ਵੀ ਕਵੀ ਦਰਬਾਰ ਵਿੱਚ ਸ਼ੋਭਤ ਹੋ ਰਹੇ ਹੈ। ਰਾਮ ਸਿੰਘ ਜੀ ਇਨਸਾਫ ਰਚਨਾ ਕਹਿਣਗੇ। ਉਹਨਾਂ ਤੋਂ ਬਾਅਦ ਮੈਂ ਬੇਨਤੀ ਕਰਾਂਗਾ ਸਤਿਕਾਰਯੋਗ ਸਰਦਾਰ ਜਗੀਰ ਸਿੰਘ ਜੀ ਨੂਰ, ਉਹ ਆਪਣੀ ਰਚਨਾ ਤਿਆਰ ਰੱਖਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਬਾਬਾ ਲਾਲ ਸਿੰਘ ਦੀ ਯਾਦ ਦੇ ਵਿੱਚ ਵੱਖ-ਵੱਖ ਜਗ੍ਹਾ ਤੋਂ ਸੰਗਤ ਦੇ ਰੂਪ ਵਿੱਚ ਆਏ ਭੈਣੋ ਭਰਾਵੋ, ਪਿਆਰੀ ਸਾਧ ਸੰਗਤ ਜੀ, ਜਦੋਂ ਤੂਫਾਨ ਸਾਹਿਬ, ਮੈਂ ਤੁਹਾਡੇ ਨਾਲ ਦੋ ਗੱਲਾਂ ਜ਼ਿਆਦੀਆਂ ਕਰਨੀਆਂ ਸੀ, ਸਮਾਂ ਵੀ ਥੋੜ੍ਹਾ, ਮੈਂ ਚਾਹੁੰਦਾ ਦੋ ਗੱਲਾਂ ਕਰਾਂ, ਕਵਿਤਾ ਮੈਂ ਛੋਟੀ ਕਰਤੀ ਆ। ਪਿਆਰੀ ਸਾਧ ਸੰਗਤ, ਤੂਫਾਨ ਸਾਹਿਬ ਬੋਲ ਰਿਹਾ ਸੀ ਤੇ ਜਦੋਂ ਕਹਿੰਦੇ ਕਿ ਮੈਂ ਦੂਜੀ ਕਵਿਤਾ ਬੋਲਣੀ ਤਾਂ ਬਾਬਾ ਜੀ ਕਹਿੰਦੇ ਲੈ ਵੀ ਜਿਹੜੇ ਕਵੀ ਆ ਦਰਿਆ ਦਾ ਇੱਕ ਵੇਗ ਹੁੰਦੇ ਆ, ਇਹਨਾਂ ਨੂੰ ਡੱਕਣਾ ਮੁਸ਼ਕਿਲ ਆ, ਪਰ ਕਹਿੰਦੇ ਲਓ ਵੀ ਇਹਨਾਂ ਨੂੰ ਆਪਾਂ ਮਤਲਬ ਉਹਨਾਂ ਨੇ ਜਦੋਂ ਮਨਾਇਆ, ਕਹਿੰਦੇ ਵੀ ਬੇਨਤੀ ਮੰਨ ਲਈ। ਤੇ ਮਗਰੋਂ ਜਦੋਂ ਦੂਜੇ ਬਜ਼ੁਰਗ ਸੱਜਣ ਜਦੋਂ ਕਵਿਤਾ ਪੜ੍ਹ ਰਿਹਾ ਸੀ ਤੇ ਬਾਬਾ ਜੀ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤੇ ਪਰ ਉਹ ਜਿਹੜਾ ਤੂਫਾਨ ਆ ਬਾਬਾ ਜੀ ਤੋਂ ਰੁਕਿਆ ਨਹੀਂ, ਉਹ ਆਪਣੀ ਕਵਿਤਾ ਸੁਣਾ ਕੇ ਹੀ ਮਤਲਬ ਹਟਿਆ। ਤੋ ਪਿਆਰੀ ਸਾਧ ਸੰਗਤ, ਮੈਨੂੰ ਇੱਕ ਛੋਟਾ ਜਿਹਾ ਵਾਕਿਆ ਯਾਦ ਆਇਆ, ਤੁਹਾਡੇ ਨਾਲ ਜ਼ਰੂਰ ਸਾਂਝਾ ਕਰਨਾ। ਬੜੇ ਮਜ਼ੇਦਾਰ ਵਾਕਿਆ ਕਿ ਜਿਹੜਾ ਕਵੀ ਬਾਬਾ ਜੀ, ਮਹਾਨ ਸੰਤ ਬਾਬਾ ਬਲਵੀਰ ਸਿੰਘ ਜੀ ਵੀ ਕਹਿ ਕੇ ਗਏ ਆ ਵੀ ਜਿਹੜੇ ਕਵੀ ਆ ਇਹਨਾਂ ਦਾ ਸਮਾਜ ਦੇ ਬਹੁਤ ਵੱਡਾ ਰੋਲ ਹੋਇਆ ਕਰਦਾ। ਸਮਾਜ ਨੂੰ, ਕਿਸੇ ਵੀ ਸਮਾਜ ਨੂੰ ਬਦਲਣ ਦੇ ਵਿੱਚ ਜਿੰਨਾ ਕਵੀ ਸੱਜਣਾ ਨੇ ਰੋਲ ਅਦਾ ਕੀਤਾ, ਇਤਿਹਾਸ ਉਹਦਾ ਗਵਾਇਆ। ਤਾਂ ਮੈਨੂੰ ਇੱਕ ਵਾਕਿਆ ਯਾਦ ਆਏਗਾ, ਜਿਸ ਤਰ੍ਹਾਂ ਕਵੀ ਵੀ ਇੱਕ ਬੱਚਿਆਂ ਵਾਂਗ ਹੁੰਦਾ, ਕਿਉਂਕਿ ਜਿਹੜੀ ਉਹ ਅੰਦਰ ਦੀ ਗੱਲ ਕਹਿ ਰਿਹਾ ਹੁੰਦਾ, ਜੋ ਸਿਸਟਮ ਤੋਂ ਦੇਖ ਰਿਹਾ ਸਾਰਾ ਵੀ ਸਾਡਾ ਸਿਸਟਮ ਕੀ ਚੀਜ਼ ਆ ਨਾ ਜੀ, ਉਹ ਕਵੀ ਉਹ ਗੱਲ ਮਨ ਲੱਗੇ ਰੱਖਦਾ। ਇੱਕ ਦਿਨ ਮੈਨੂੰ ਇੱਕ ਬੱਚੇ ਨੇ ਇੰਟਰਨੈਟ 'ਤੇ ਇੱਕ ਚੀਜ਼ ਦਿਖਾਈ, ਉਹ ਤੁਹਾਡੇ ਨਾਲ ਮੈਂ ਸਾਂਝੀ ਕਰਾਂ। ਮੈਨੂੰ ਬੜਾ ਉਸ ਗੱਲ ਦਾ ਆਇਆ ਕਿ ਦੋ ਬੱਚੇ ਛੋਟੇ ਛੋਟੇ, ਮੈਨੂੰ ਇੰਝ ਲੱਗਦਾ ਜਿਵੇਂ ਉਹ 6, 7 ਜਾਂ 8 ਸਾਲ ਦੇ ਅੰਦਰ ਬੱਚੀਆਂ ਦੋ, ਤੇ ਉਹ ਬੈਠੀਆਂ ਤਾਂ ਉਹ ਨਾ ਕੱਪੜਾ ਜਿਸ ਤਰ੍ਹਾਂ ਉਹਨਾਂ ਆਸੇ ਪਾਸੇ ਤੋਂ ਦੋਨਾਂ ਨੇ ਚੁੰਨੀਆਂ ਲਈਆਂ, ਦੁਪੱਟੇ ਆਪਣੇ 'ਤੇ, ਉਹ ਬਾਰ-ਬਾਰ ਸਿਰ 'ਤੇ ਐਂ ਕਰੀ ਜਾਂਦੀਆਂ, ਤਾਂ ਉਹ ਕੱਪੜੇ ਨੂੰ ਇਸ ਤਰ੍ਹਾਂ ਆਪਣੇ ਮੋਢੇ 'ਤੇ ਜਿੱਦਾਂ ਬਜ਼ੁਰਗ ਜਾਂ ਸਿਆਣੀਆਂ ਕਰਦੀਆਂ ਉੱਦਾਂ ਕਰੀ ਜਾਂਦੀਆਂ। ਉਹ ਬਾਬਾ ਜੀ ਦੇ ਮੂਹਰੇ ਮੱਥਾ ਟੇਕਦੀਆਂ। ਤੁਸੀਂ ਵੀ ਦੇਖਿਓ ਇਹ, ਉਹ ਕੀ ਗੱਲਾਂ ਕਰਦੀਆਂ, ਦੋਨੇ ਜਣੀਆਂ ਚੌਂਕੜੀ ਮਾਰ ਕੇ ਬੈਠੀਆਂ। ਉਹ ਬਾਬਾ ਜੀ ਨੂੰ ਕਹਿੰਦੀਆਂ ਕਿ ਬਾਬਾ ਜੀ ਦੇਖ ਲਓ, ਅਸੀਂ ਤੁਹਾਨੂੰ ਬੜੀ ਵਾਰੀ ਮੱਥਾ ਵੀ ਟੇਕਦੀਆਂ ਇੱਦਾਂ, ਅਸੀਂ ਬੜੀ ਵਾਰੀ ਬਾਬਾ ਜੀ ਮੱਥਾ ਵੀ ਟੇਕਦੇ। ਬਾਰ-ਬਾਰ ਕਹਿੰਦੇ ਬਾਬਾ ਜੀ ਦੇਖ ਲਓ, ਤੁਹਾਨੂੰ ਅਸੀਂ ਬੜੀ ਵਾਰੀ ਮੱਥਾ ਵੀ ਟੇਕਦੀਆਂ ਤੇ ਅਸੀਂ ਪੈਸੇ ਵੀ ਟੇਕਦੀਆਂ ਤੇਰੇ ਮੂਹਰੇ, ਤਾਂ ਪੈਸੇ ਟੇਕਦੀਆਂ ਤੇ ਲੰਗਰ ਵੀ ਖਾਂਦੀਆਂ ਆ। ਤਾਂ ਤੁਸੀਂ ਦੇਖ ਲਓ, ਤੁਹਾਡੇ ਜਨਮ ਦਿਨ 'ਤੇ ਅਸੀਂ ਆਈਆਂ। ਬਾਬਾ ਜੀ ਕਹਿੰਦੀਆਂ ਕਿ ਤੁਹਾਡੇ ਜਨਮ ਦਿਨ 'ਤੇ ਆਈਆਂ ਤੇ ਤੁਸੀਂ ਸਾਡੇ ਘਰ ਕਦੀ ਵੀ ਨਹੀਂ ਆਏ। ਤੇ ਉਹ ਹੁਣ ਉਹਦੇ ਲਾਗੇ ਉਹ ਦਿਖਾਇਆ ਨਹੀਂ ਗਿਆ, ਉਹਨਾਂ ਦਾ ਪਰਿਵਾਰ ਲਾਗੇ ਬੈਠਾ। ਉਹ ਹੁਣ ਬੱਚਿਆਂ ਨੂੰ ਇੱਥੋਂ ਤੱਕ ਦੇਖੀ ਜਾ ਰਿਹਾ। ਉਹ ਬੱਚੇ ਹੁਣ ਆਪਣਾ ਬੋਲੀ ਜਾ ਰਹੇ ਤੇ ਕਹਿੰਦੇ ਬਾਬਾ ਜੀ ਦੇਖ ਲਓ, ਤੁਸੀਂ ਸਾਡੇ ਘਰ ਕਰੀ ਨਹੀਂ ਆਏ, ਤੁਹਾਨੂੰ ਸ਼ਰਮ ਨਹੀਂ ਆਉਂਦੀ। ਉਹ ਬਾਬਾ ਜੀ ਨੂੰ ਦੇਖੋ, ਬੱਚੇ ਛੋਟੇ ਜਿਹੜੇ ਆ, ਇਹ ਗੱਲ ਅਸੀਂ ਕਹਿ ਸਕਦੇ ਹਾਂ ਬੱਚਿਆਂ ਦੇ ਮਨ ਦੀ ਗੱਲ। ਮੈਂ ਤੁਹਾਨੂੰ ਕਹਿੰਦਾ ਤੁਸੀਂ ਵੀ ਦੇਖੋ, ਬੜਾ ਮਤਲਬ ਬੱਚਿਆਂ ਦਾ ਲੱਗਦਾ ਕਿ ਕਿੱਦਾਂ ਅੰਦਰੋਂ ਬਾਬਾ ਜੀ ਦਾ ਕਿੱਦਾਂ ਰੋਸ ਵੱਡਾ ਜਾਂ ਚਾਅ ਪ੍ਰਗਟ ਕਰ ਰਹੀਆਂ ਕਿ ਬਾਬਾ ਜੀ। ਤੇ ਉਹ ਗੱਲ ਕਹਿਣ ਲੱਗੀਆਂ, ਜਿਹੜੀ ਨਹੀਂ ਵੀ ਗੱਲ ਕਹਿਣੀ
ਉਹ ਵੀ ਕਹਿ ਲੈਂਦੇ। ਤੋ ਸਾਧ ਸੰਗਤ ਜੀ, ਗੱਲ ਇਹ ਚੱਲੀ ਆ ਕਿ ਸਾਡੇ ਸਮਾਜ ਦੇ ਵਿੱਚ ਬਹੁਤ ਵੱਡੀਆਂ ਬੁਰਾਈਆਂ, ਸਮਾਜਿਕ ਬੁਰਾਈਆਂ, ਜਿਨ੍ਹਾਂ ਦੇ ਵਿੱਚ ਜੇ ਗਿਣ ਲੱਗੀਏ ਤੇ ਅਸੀਂ ਆਸੇ-ਪਾਸੇ ਬੁਰਾਈਆਂ ਵਿੱਚ ਘਿਰੇ ਹੋਏ ਹਾਂ। ਤਾਂ ਉਹ ਬੁਰਾਈਆਂ ਜਦੋਂ ਦੂਰ ਕਰਨ ਵਾਸਤੇ ਸੰਤ ਮਹਾਂਪੁਰਸ਼ ਉਹ ਵਾਤਾਵਰਣ ਦੇ ਰੂਪ ਵਿੱਚ ਬੁਰਾਈ ਦੂਰ ਕਰਦੇ ਆ, ਜਾਂ ਕੋਈ ਭਰੂਣ ਹੱਤਿਆ ਵਿੱਚ ਜਿੱਥੇ ਲੜਕੀਆਂ ਨੂੰ ਜੰਮਣ ਤੋਂ ਪਹਿਲਾਂ ਮਾਰਿਆ ਜਾਂਦਾ ਉੱਥੇ ਉਹ ਕੰਮ ਕਰਦੇ ਆ। ਲੇਕਿਨ ਮੈਂ ਜੋ ਸਮਝਦਾ ਆ ਕਿ ਸਮੇਂ ਦੀ ਗੱਲ ਇਹ ਆ ਕਿ ਜਿੰਨੀ ਦੇਰ ਤੱਕ ਤੁਸੀਂ ਇਸ ਸਿਸਟਮ ਨੂੰ ਠੀਕ ਨਾ ਕੀਤਾ, ਜਿਨ੍ਹਾਂ ਦੇ ਹੱਥ ਵਿੱਚ ਆਪਾਂ ਤਾਕਤ ਦਿੰਦੇ ਆ, ਅਸੀਂ ਹਰ 5 ਸਾਲਾਂ ਦੇ ਬਾਅਦ ਇੱਕ ਚੋਣ ਕਰਦੇ ਆ। ਚੋਣ ਕਰਕੇ ਅਸੀਂ ਬਹੁਤ ਆਪਣੇ ਚਿੱਤੋਂ ਅੱਛੇ ਬੰਦੇ ਜਿਹੜੇ ਲੈ ਕੇ ਆਉਂਦੇ ਆ ਕਿ ਲਓ ਵੀ ਅਸੀਂ ਆਪਣਾ ਕਾਰੋਬਾਰ ਕਰਦੇ ਆ, ਇਹ ਸਾਡੇ ਸਮਾਜ ਨੂੰ, ਸਾਡੇ ਦੇਸ਼ ਨੂੰ, ਸਾਡੇ ਸੂਬੇ ਨੂੰ ਇਹ ਸੇਧ ਦੇਣਗੇ ਤੇ ਸਾਡਾ ਇਹ ਭਲਾ ਕਰਨਗੇ। ਲੇਕਿਨ ਉਹ ਹੁੰਦਾ ਹਮੇਸ਼ਾ ਮਤਲਬ ਉਹਦੇ ਬਹੁਤ ਜ਼ਿਆਦਾ ਉਲਟਾ ਆ। ਇਸ ਕਰਕੇ ਮੇਰਾ ਆਪਣਾ ਵਿਚਾਰ ਆ, ਮੈਂ ਤੁਹਾਡੇ ਨਾਲ ਸਾਧ ਸੰਗਤ ਜੀ ਗੱਲ ਕਵਿਤਾ ਦੇ ਨਹੀਂ, ਕਵਿਤਾ ਬੋਲ ਕੇ ਆਪਾਂ ਚਲੇ ਜਾਣਾ, ਸੱਜਣਾ ਨੇ ਕਵਿਤਾ ਬੋਲਣੀਆਂ ਤੇ ਤੁਸੀਂ ਸੁਣ ਕੇ ਮਤਲਬ ਚਲੇ ਜਾਣਾ। ਆਪਾਂ ਨੂੰ ਇਸ ਗੱਲ ਦਾ ਬਿਲਕੁਲ ਕੋਈ ਆਨੰਦ ਨਹੀਂ ਹੋ। ਮੈਂ ਕਈ ਵਾਰੀ ਕਿਹਾ ਕਿ ਕਵਿਤਾ ਪੜ੍ਹਨ ਦਾ ਐਵੇਂ ਵੀ ਹੁਣ ਟਾਈਮ ਥੋੜ੍ਹਾ ਇੰਨੇ ਗੱਲ ਕਰਨੇ, ਠੀਕ ਸਾਨੂੰ ਮਤਲਬ ਦੀ ਗੱਲ ਉਹਨੇ 'ਚ ਮੁਕਾਉਣੀ ਚਾਹੀਦੀ ਆ। ਪਰ ਜੇ ਮੈਂ ਐਡੀ ਦੂਰੋਂ ਆਣ ਕੇ, ਇਹ ਬਹੁਤ ਅੱਛੀ ਗੱਲ ਹੈ ਕਿ ਤੁਹਾਡੀ ਮੈਂ ਸੰਗਤ ਦਾ ਦਰਸ਼ਨ ਕਰ ਰਿਹਾ, ਬਾਬਾ ਜੀ ਦੀ ਬੜੀ ਕਿਰਪਾ ਆ, ਬਹੁਤ ਪਿਆਰ ਕਰਦੇ ਸਭ ਦੇ ਨਾਲ ਆਪਾਂ ਆਉਂਦੇ ਹਾਂ। ਪਰ ਹਰ ਬੰਦੇ ਦੇ ਮਨ ਵਿੱਚ ਇਹ ਗੱਲ ਹੁੰਦੀ ਕੋਈ ਗੱਲ ਕੀ ਕਹਿਣੀ ਚਾਹੁੰਦਾ, ਕੋਈ ਆਪਣੇ ਨਜ਼ਰੀਏ ਤੋਂ ਕੋਈ ਗੱਲ ਦੇਖਦਾ। ਮੇਰਾ ਨਜ਼ਰੀਆ ਇਹ ਆ, ਜਿੰਨਾ ਮਰਜੀ ਵਾਤਾਵਰਣ 'ਤੇ ਕੰਮ ਕਰੀ ਜਾਈਏ, ਇਹ ਬਹੁਤ ਵੱਡੀ ਗੱਲ ਹੈ ਕਿ ਡੁੱਬਦੀ ਦੁਨੀਆ ਨੂੰ ਮਤਲਬ ਬਚਾ ਲਿਆ। ਮੈਂ ਇੱਕ ਮੁਕਾਬਲਾ ਕਰਦਾ ਕਿ ਬੇਈ ਦਾ ਜਿਹੜਾ ਬੇਈ ਆ ਨਾ, ਇਹ ਇੱਕ ਸਿਸਟਮ ਆ। ਇਹ ਸਿਸਟਮ ਬੇਈ ਜਿਹੜੀ ਆ ਬਿਲਕੁਲ ਖਤਮ ਹੋ ਗਈ ਸੀ। ਤਾਂ ਬਾਬਾ ਜੀ ਨੇ ਇਹ ਬਹੁਤ ਵੱਡਾ ਇਸ਼ਾਰਾ ਕੁੱਲ ਦੁਨੀਆ ਵਾਸਤੇ, ਨਾ ਇਸ ਜ਼ਿਲ੍ਹੇ ਵਾਸਤੇ, ਨਾ ਪੰਜਾਬ ਤੇ ਨਾ ਦੇਸ਼ ਵਾਸਤੇ। ਤੁਹਾਨੂੰ ਪਤਾ ਕਿ ਸੀਚੇ ਵਾਲੀ ਪਿੰਡ ਦੀ ਗੱਲ ਜਿਹੜੀ ਆ ਇਹ ਪੂਰੇ ਵਰਲਡ ਦੇ ਵਿੱਚ ਕਿਉਂ ਘੁੰਮੀ ਆ ਕਿ ਵਾਤਾਵਰਣ ਦਾ ਮੁੱਦਾ ਸੀ। ਬਾਬਾ ਜੀ ਨੇ ਕੰਮ ਕੀਤਾ, ਮਹਾਰਾਜ ਨੇ ਕਿਰਪਾ ਕੀਤੀ, ਕਰੋੜਾਂ ਬੰਦਿਆਂ ਵਿੱਚੋਂ ਇਦਾਂ ਦੇ ਬੰਦਾ ਪੈਦਾ ਹੁੰਦੇ ਆ। ਹਰ ਪਿੰਡ ਦੇ ਹਰ ਥਾਂ ਤੇ ਬਾਬਾ ਬਲਵੀਰ ਪੈਦਾ ਨਹੀਂ ਹੋ ਸਕਦੇ, ਬਾਬਾ ਲਾਲ ਪੈਦਾ ਨਹੀਂ ਹੋ ਸਕਦੇ। ਤੋ ਪਿਆਰੀ ਸਾਧ ਸੰਗਤ, ਆਪਾਂ ਇਹ ਚਾਹੁੰਦੇ ਕਿ ਗੱਲ ਜਿਹੜੀ ਮਤਲਬ ਦੀ ਇਹ ਹੋਣੀ ਚਾਹੀਦੀ ਆ ਕਿ ਆਪਾਂ ਇੰਨਾ ਕੁਝ ਕਰ ਰਹੇ ਆ, ਬੜਾ ਥਾਵਾਂ ਤੇ ਲੈਕਚਰ ਹੋ ਰਿਹਾ, ਬੜੇ ਵੱਡੇ ਲੰਗਰ ਲਾਏ ਜਾ ਰਹੇ ਆ, ਵੱਡੇ ਦੀਵਾਨ ਸਜ ਰਹੇ ਆ, ਇਕੱਠ ਦਾ ਪਤਾ ਨਹੀਂ ਲੱਗਦਾ ਕਿ ਕਿੰਨੇ ਕੁ ਇਕੱਠ ਹੋ ਰਿਹਾ, ਕਿੰਨੀਆਂ ਸਕੀਮਾਂ ਚੱਲ ਰਹੀਆਂ। ਪਰ ਦੇਸ਼ ਦੀ ਹਾਲਤ ਜਿਹੜੀ ਆ ਉਹ ਦਿਨ ਬ ਦਿਨ ਜਿਹੜੀ ਆ ਬਦਤਰ ਹੁੰਦੀ ਜਾ ਰਹੀ ਆ। ਸਮਾਜ ਦੇ ਵਿੱਚ ਬਹੁਤ ਬੁਰਾਈਆਂ ਹੁੰਦੀਆਂ ਜਾ ਰਹੀਆਂ, ਮੈਂ ਵੀ ਉਹਨਾਂ ਦੇ ਵਿੱਚ ਸ਼ਾਮਲ ਹਾਂ, ਆਪਾਂ ਸਾਰੇ ਉਹਨਾਂ ਵਿੱਚ ਸ਼ਾਮਲ ਹਾਂ। ਤਾਂ ਅਸੀਂ ਉਸ ਸਿਸਟਮ ਨੂੰ ਜਿੰਨੀ ਦੇਰ ਤੱਕ, ਉਸ ਪ੍ਰਬੰਧ ਨੂੰ ਜਿੰਨੀ ਦੇਰ ਤੱਕ ਪ੍ਰਬੰਧ ਚਲਾਉਣ ਵਾਲਿਆਂ ਬੰਦਿਆਂ ਨੂੰ ਤੁਸੀਂ ਚੋਣ ਉਹਨਾਂ ਦੀ ਸਹੀ ਨਹੀਂ ਕਰਦੇ, ਉਨੀ ਦੇਰ ਤੱਕ ਜਿੰਨਾ ਕੁਛ ਮਰਜ਼ੀ ਕਰੀ ਜਾਓ, ਇਹ ਮਤਲਬ ਸਮਾਜਿਕ ਬੁਰਾਈਆਂ ਜਿਹੜੀਆਂ ਇਹ ਖਤਮ ਹੋਣ ਦਾ ਨਾਂ ਨਹੀਂ ਉਹ ਲੈਣਗੀਆਂ। ਇਸ ਕਰਕੇ ਮੈਂ ਇੱਕ ਤਸਵੀਰ ਪੇਸ਼ ਕਰਨੀ ਚਾਹੁੰਦਾ। ਆਇਆ ਮੈਂ ਕਵਿਤਾ ਹੋਰ ਲੈ ਕੇ ਸੀ, ਪਰ ਇੱਕ ਛੋਟੀ ਕਵਿਤਾ ਮੈਨੂੰ ਯਾਦ ਸੀ, ਮੈਂ ਸੋਚਿਆ ਮੈਂ ਗੱਲ ਕਰ ਲਵਾਂ ਜਿਹੜੀ ਮੈਂ ਕਰਨਾ ਹੈ ਜਾਂ ਕਹਿਣਾ ਚਾਹੁੰਦਾ ਹਾਂ। ਤਾਂ ਉਹਦੇ ਵੀ ਕਵਿਤਾ ਆਪਣੀ ਛੋਟੀ ਕਰਦਾ। ਮੈਂ ਇਹਨਾਂ ਮਹਾਂਪੁਰਸ਼ਾਂ ਦੇ ਅੱਗੇ, ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਸਾਹਿਬ ਅੱਗੇ ਇੱਕ ਤਸਵੀਰ ਪੇਸ਼ ਕਰਨੀ ਚਾਹੁੰਦਾ ਕਿ ਤੁਸੀਂ ਵੀ ਇਸ ਦੁਨੀਆ 'ਤੇ ਆ ਕੇ ਇੱਕ ਅਵਤਾਰ ਦੇ ਰੂਪ ਵਿੱਚ ਆਏ। ਇਹ ਸਹੀ ਸਮਾਜ ਦੀ ਸਿਰਜਣਾ ਕਿੱਦਾਂ ਦੀ ਹੋਵੇ, ਤੁਸੀਂ ਲੋਕਾਂ ਨੂੰ ਦੱਸਿਆ ਕਿ ਇੱਦਾਂ ਕਰਨਾ, ਪਰ ਅੱਜ ਕੀ ਹੋਇਆ, ਉਹਦੇ ਵਾਸਤੇ ਮੈਂ ਤੁਹਾਨੂੰ ਆਪਣੀ ਰਚਨਾ ਇੱਕ ਸਾਂਝੀ ਕਰਾਂ ਜੀ ਕਿ ਉਲਝੀ ਪਈ ਵੇਖੋ ਸਾਰੀ ਤਾਣੀ ਮੇਰੇ ਦੇਸ਼ ਦੀ, ਉਲਝੀ ਪਈ ਵੇਖੋ ਸਾਰੀ ਤਾਣੀ ਮੇਰੇ ਦੇਸ਼ ਦੀ, ਬਣੀ ਜਾਂਦੀ ਕਿੱਦਾਂ ਦੀ ਕਹਾਣੀ ਮੇਰੇ ਦੇਸ਼ ਦੀ। ਵੇਲੜਾਂ ਦੇ ਗੱਲਿਆਂ 'ਚ ਮਾਇਆ ਬੇਹਿਸਾਬ ਹੈ, ਕਾਮੇ ਨੂੰ ਤਾਂ ਟੁੱਕ ਤੋਂ ਵੀ ਮਿਲਦਾ ਜਵਾਬ ਹੈ, ਇੱਦਾਂ ਦੀ ਹੈ ਹੋ ਰਹੀ ਵੰਡ ਕਾਣੀ ਮੇਰੇ ਦੇਸ਼ ਦੀ, ਬਣੀ ਜਾਂਦੀ ਕਿੱਦਾਂ ਦੀ ਕਹਾਣੀ ਮੇਰੇ ਦੇਸ਼ ਦੀ। ਵੋਟ ਵੇਖੋ ਡਾਕੂਆਂ ਦੇ ਡੱਬਿਆਂ 'ਚ ਪਾਉਂਦੀ ਹੈ। ਜਿਹੜੀ ਵੋਟ ਆ, ਅਸੀਂ ਜਿਹੜੇ ਬੰਦੇ ਚੁਣਦੇ ਆ ਉਹ ਇੱਕ ਡਾਕੂਆਂ ਦਾ ਰੂਪ ਧਾਰਨ ਕਰ ਜਾਂਦੇ ਆ। ਤੇ ਕਈ ਵਾਰੀ ਅਸੀਂ ਕਹਿੰਦੇ ਯਾਰ ਕਰੀਏ ਕੀ ਵੀ, ਤੂੰ ਵੋਟ ਕਿਹਨੂੰ ਪਾਉਣੀ ਆ ਭਰਾਵਾ, ਸਾਰੇ ਚੋਰ ਆ, ਇਹ ਚੋਰਾਂ ਦੇ ਵਿੱਚੋਂ ਮੈਨੂੰ ਸਿਲੈਕਟ ਕਰਨਾ ਪੈਣਾ। ਇੱਦਾਂ ਆਪਾਂ ਕਹਿੰਦੇ ਦੇਖੇ ਬਹੁਤ ਬੰਦੇ। ਵੋਟ ਦੇਖੋ ਡਾਕੂਆਂ ਦੇ ਡੱਬਿਆਂ 'ਚ ਪਾਉਂਦੀ ਹੈ, ਫੁਕਰਿਆਂ ਦੇ ਭਾਸ਼ਣਾਂ ਤੇ ਤਾੜੀਆਂ ਲਗਾਉਂਦੀ ਹੈ। ਵੋਟ ਵੇਖੋ ਡਾਕੂਆਂ ਦੇ ਡੱਬਿਆਂ 'ਚ ਪਾਉਂਦੀ ਹੈ, ਫੁਕਰਿਆਂ ਦੇ ਭਾਸ਼ਣਾਂ ਤੇ ਤਾੜੀਆਂ ਲਗਾਉਂਦੀ ਹੈ, ਇੰਨੀ ਕੁ ਹੈ ਜਨਤਾ ਸਿਆਣੀ ਮੇਰੇ ਦੇਸ਼ ਦੀ, ਬਣੀ ਜਾਂਦੀ ਕਿੱਦਾਂ ਦੀ ਕਹਾਣੀ ਮੇਰੇ ਦੇਸ਼ ਦੀ। ਇੱਕ ਜਿਹੜੀ ਭਰੂਣ ਹੱਤਿਆ ਜਾਂ ਲੜਕੀਆਂ ਦੇ ਨਾਲ, ਔਰਤਾਂ ਦੇ ਨਾਲ ਬਹੁਤ ਵੱਡਾ ਜ਼ੁਲਮ ਹੋ ਰਿਹਾ, ਜਿਹਦੀ ਹਾਹਾਕਾਰ ਮਚੀ ਪਈ ਆ, ਉਹਦੇ ਵਾਸਤੇ ਮੈਂ ਇਹ ਲਾਈਨਾਂ ਉਹਨਾਂ ਨੂੰ ਸਮਰਪਿਤ ਨੇ ਕਿ ਕਦੇ ਇਹਨੂੰ ਕੋਠੇ ਦੀਆਂ ਪੌੜੀਆਂ ਤੇ ਚਾੜ੍ਹਦੇ। ਮੈਂ ਧੀ ਬਾਰੇ ਕਹਿ ਰਿਹਾ ਕਿ ਕਦੇ ਇਹਨੂੰ ਕੋਠੇ ਦੀਆਂ ਪੌੜੀਆਂ ਤੇ ਚਾੜ੍ਹਦੇ, ਕਦੇ ਇਹਨੂੰ ਦਾਜ ਦੁੱਖੋਂ ਤੇਲ ਪਾ ਕੇ ਸਾੜਦੇ, ਤੇ ਜੰਮਣੋਂ ਪਹਿਲਾਂ ਮੁੱਕੇ ਧੀ ਧਿਆਣੀ ਮੇਰੇ ਦੇਸ਼ ਦੀ, ਉਹ ਬਣੀ ਜਾਂਦੀ ਕਿੱਦਾਂ ਦੀ ਕਹਾਣੀ ਮੇਰੇ ਦੇਸ਼ ਦੀ, ਬਣੀ ਜਾਂਦੀ ਕਿੱਦਾਂ ਦੀ ਕਹਾਣੀ ਮੇਰੇ ਦੇਸ਼ ਦੀ।
ਬਲਦੇ ਸਿਵੇ ਤੋਂ ਨੇਤਾ ਰੋਟੀਆਂ ਜੋ ਸੇਕਦੇ। ਕੋਈ ਬੰਦਾ ਮਰ ਜਾਂਦਾ, ਮੌਤ ਹੋ ਜਾਂਦੀ, ਬੰਦੇ 50 ਮਰ ਜਾਂਦੇ, ਕੋਈ ਉੱਥੇ ਨੇਤਾ ਜਾਂਦਾ, ਉਹ ਦੇਖਦਾ ਇਹ ਜਿਹੜੇ ਬੰਦੇ ਮਰੇ ਆ ਇਹ ਸਾਡੀ ਪਾਰਟੀ ਦੇ ਬੰਦੇ ਸੀ, ਸਾਡੀ ਪਾਰਟੀ ਦੇ ਬੰਦੇ ਸੀ ਯਾਰ, ਇਹ ਬੜਾ ਘਾਟਾ ਪਿਆ। ਉਹਨੂੰ ਬੰਦੇ ਮਾਰਨ ਦਾ ਘਾਟਾ ਪਾਰਟੀ ਦੀਆਂ ਵੋਟਾਂ ਸਮਝ ਕੇ ਉਹ ਕਰ ਰਿਹਾ। ਬਲਦੇ ਸਿਵੇ ਤੋਂ ਨੇਤਾ ਰੋਟੀਆਂ ਜੋ ਸੇਕਦੇ, ਲਾਹਨਤਾਂ ਦੇ ਮਾਰੇ ਲੋਕੀ ਮੱਥੇ ਪੈਨੇ ਟੇਕਦੇ। ਬਲਦੇ ਸਿਵੇ ਤੋਂ ਨੇਤਾ ਰੋਟੀਆਂ ਜੋ ਸੇਕਦੇ, ਲਾਹਨਤਾਂ ਦੇ ਪੱਟੇ ਲੋਕੀ ਮੱਥੇ ਪੈ ਨੇ ਟੇਕਦੇ। ਇਨਸਾਫ ਹਵਾ ਰੜ ਕੇ ਮਧਾਣੀ ਮੇਰੇ ਦੇਸ਼ ਦੀ, ਬਣੀ ਜਾਂਦੀ ਕਿੱਦਾਂ ਦੀ ਕਹਾਣੀ ਮੇਰੇ ਦੇਸ਼ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦਰਸ਼ਕੋ, ਇਹ ਸੀ ਕਵੀ ਦਰਬਾਰ ਸੀਚੇਵਾਲ ਨਿਮਾਣੀ ਜੀ ਪੇਸ਼ਕਸ਼ ਸੀ ਮੀਡੀਆ ਪੰਜਾਬ ਟੀਵੀ ਚੈਨਲ ਵੱਲੋਂ। ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਫਿਰ ਹਾਜ਼ਰ ਹੋਵਾਂਗੇ ਹੋਰ ਪ੍ਰੋਗਰਾਮ ਲੈ ਕੇ। ਦੇਖਦੇ ਰਹੋ ਮੀਡੀਆ ਪੰਜਾਬ ਟੀਵੀ।